ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਧ ਸੰਗਤ ਜੀ ਮੁੱਲਾ ਕੁਤਬਦੀਨ ਨੂੰ ਉਪਦੇਸ਼ ਕਰ ਕੀਤਾ ਹੈ, ਉਸ ਨੂੰ ਤਾਰ ਦਿੱਤਾ ਹੈ। ਇਵੇਂ ਕੁਝ ਸਮਾਂ ਲੰਘ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਉਮਰ ਜਿਹੜੀ ਹੈ 10 ਸਾਲ ਹੋ ਗਈ। 11ਵੇਂ ਸਾਲ 'ਚ ਕਦਮ ਰੱਖ ਦਿੱਤਾ ਹੈ ਅਤੇ ਬਾਬਾ ਕਲਿਆਣ ਚੰਦ ਜੀ ਨੇ ਇਵੇਂ ਵੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਹੁਣ 11 ਸਾਲਾਂ ਦੇ ਹੋ ਗਏ ਹੈ। ਇਸ ਵੇਖ ਕੇ ਤੇ ਇਵੇਂ ਵਿਚਾਰ ਕੀਤਾ, ਮੁੜ ਜਗਿਓ ਪਵੀਤ ਦੇਨ ਹਿਤ ਧਾਰਾ। ਜੋ ਜਗਿਓ ਪਵੀਤ ਕਹੀਏ ਜਨਿਊ ਹੈ, ਜਿਹਨੂੰ ਬ੍ਰਹਮ ਸੂਤਰ ਵੀ ਕਿਹਾ ਜਾਂਦਾ, ਜਿਹਨੂੰ ਜਨੇਊ ਵੀ ਕਿਹਾ ਜਾਂਦਾ ਹੈ, ਕਿ ਇਹਨਾਂ ਦੀ ਹੁਣ ਉਮਰ ਹੋ ਗਈ ਹੈ। ਇਹਨਾਂ ਨੂੰ ਹੁਣ ਜਨੇਊ ਦੀ ਜਿਹੜੀ ਰਸਮ ਹੈ ਉਹ ਦੇ ਦੇਣੀ ਚਾਹੀਦੀ। ਜਿਹੜਾ ਸੰਸਕਾਰ ਹੈ ਧਰਮ ਵਿੱਚ ਪ੍ਰਵਿਰਤ ਕਰਾ ਦੇਣਾ ਚਾਹੀਦਾ ਹੈ, ਜੋ ਵੇਦਾਂ ਦੀ ਰੀਤੀ ਹੈ। ਇਵੇਂ ਜਗਿਓ ਪਵੀਤ ਦੇਣ ਵਾਸਤੇ ਪਾਉਣ ਵਾਸਤੇ ਇਵੇਂ ਹਿਤ ਜਿਹਾ ਧਾਰਿਆ ਬਾਬਾ ਕਾਲੂ ਜੀ ਨੇ। ਰੋਹਿਤ ਜੋ ਤਿਹ ਕੋ ਹਰਦਿਆਲਾ। ਜੋ ਬੇਦੀ ਵੰਸ਼ ਦਾ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ, ਪੁਰੋਹਿਤ ਬ੍ਰਾਹਮਣ ਪੰਡਿਤ, ਜਿਸ ਦਾ ਨਾਮ ਪੰਡਿਤ ਹਰਦਿਆਲ ਸੀ। ਸੋ ਬੁਲਾਏ ਲੀਨੋ ਤਤਕਾਲਾ। ਉਸ ਨੂੰ ਬਾਬਾ ਕਲਿਆਣ ਚੰਦ ਜੀ ਨੇ ਵੇ ਦਾਸ ਨੂੰ ਭੇਜ ਕੇ ਛੇਤੀ ਨਾਲ ਕੇ ਜਾ ਕੇ ਪੰਡਿਤ ਹਰਦਿਆਲ ਜੀ ਨੂੰ ਬੁਲਾਓ ਤੇ ਬੁਲਾ ਲਿਆ ਹੈ। ਔਰ ਅਬਿਲਾਖਾ ਸਕਲ ਸੁਨਾਈ। ਬੜੀ ਛੇਤੀ ਬੁਲਾ ਲਿਆ ਹੈ। ਹਿਰਦੇ ਦੀ ਜਿਹੜੀ ਇੱਛਾ ਹੈ ਕਿ ਦੇਖੋ ਹਰਦਿਆਲ ਜੀ ਹੁਣ ਗੁਰੂ ਨਾਨਕ ਸਾਹਿਬ ਜੀ ਇੰਨੀ ਉਮਰ ਦੇ ਹੋ ਚੁੱਕੇ ਹੈ, ਜਿਹੜਾ ਉਹ ਧਰਮ ਦਾ ਸੰਸਕਾਰ ਹੈ ਜਨੇਊ ਪਾਉਣਾ ਉਹ ਆਪਾਂ ਪਾ ਦਈਏ, ਉਹ ਹੁਣ ਬਣਦਾ ਵੀ ਹੈ। ਇਹ ਜਿਹੜੀ ਹਿਰਦੇ ਦੀ ਇੱਛਾ ਹੈ ਸਾਰੀ ਚੰਗੀ ਤਰ੍ਹਾਂ ਬਣਾ ਸਵਾਰ ਕੇ ਹਰਦਿਆਲ ਪੁਰੋਹਿਤ ਸੁਣਾ ਦਿੱਤੀ ਹੈ। ਛਤਰੀ ਰੀਤ ਕਰੋ ਦਵਿਜਰਾਈ। ਬ੍ਰਾਹਮਣਾਂ ਦੇ ਰਾਜੇ ਹਰਦਿਆਲ ਜੀ ਜਿਹੜੀ ਛਤਰੀਆਂ ਦੀ ਰੀਤੀ ਮਰਿਆਦਾ ਹੈ ਉਹ ਹੁਣ ਤੁਸੀਂ ਕਰੋ। ਸੁਨ ਕਰ ਬਚ ਅਸ ਦਵਿਜ ਹਰਦਿਆਲਾ। ਪੰਡਿਤ ਹਰਦਿਆਲ ਜੀ ਬਾਬਾ ਕਲਿਆਣ ਚੰਦ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਕਹਿਓ ਸੋਜ ਸਭ ਆਨ ਵਿਸਾਲੂ। ਕਿਹਾ ਹੈ ਕਿ ਜਿਹੜੀ ਤੁਸੀਂ ਜਿਹੜੀ ਜਨੇਊ ਪਵਾਉਣ ਦੀ ਜਿਹੜੀ ਸਮੱਗਰੀ ਹੈ, ਜੋ ਸਮਾਨ ਚਾਹੀਦਾ ਸਾਰਾ, ਉਹ ਤੁਸੀਂ ਇਵੇਂ ਚੰਗੀ ਤਰ੍ਹਾਂ ਬਹੁਤ ਸਾਰਾ ਸਮਾਨ ਇਕੱਠਾ ਕਰਕੇ ਮੰਗਾ ਲਓ, ਲੈ ਆਓ। ਸ਼ੁਭ ਬਾਸਰ ਸੋ ਦੀਨ ਬਤਾਈ। ਜਿਹੜਾ ਕੋਈ ਚੰਗਾ ਦਿਨ ਮਿਥਿਆ ਹੈ ਉਹ ਵੀ ਦੱਸ ਦਿੱਤਾ ਹੈ ਵੀ ਆ ਫਲਾਣਾ ਜਿਹੜਾ ਦਿਨ ਹੈ, ਉਸ ਦਿਨ ਆਪਾਂ ਜਨੇਊ ਗੁਰੂ ਨਾਨਕ ਸਾਹਿਬ ਜੀ ਨੂੰ ਪਾਉਣਾ ਹੈ, ਉਹ ਦਿਨ ਵੀ ਦੱਸ ਦਿੱਤਾ ਹੈ। ਕਰ ਆਰੰਭ ਜਿਉ ਅਧਿਕ ਵਡਾਈ। ਹੇ ਵੀ ਕਲਿਆਣ ਚੰਦ ਐਵੇਂ ਤੂੰ ਚੰਗੀ ਤਰ੍ਹਾਂ ਸਾਰਾ ਕੁਝ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਉਣਾ ਹੈ, ਬੜੇ ਲੋਕਾਂ ਨੇ ਆਉਣਾ ਹੈ, ਇਹ ਸਾਰਾ ਤੂੰ ਕਾਰਜ ਐਵੇਂ ਆਰੰਭ ਕਰ ਜਿਸ ਕਰਕੇ ਤੇਰੀ ਰਿਸ਼ਤੇਦਾਰਾਂ ਬ੍ਰਾਹਮਣਾਂ ਛਤਰੀਆਂ ਵੈਸਾਂ ਵਿੱਚ ਚੰਗੀ ਵਡਿਆਈ ਹੋਵੇ। ਤਿਜ ਬਰ ਤੇ ਸੁਨ ਕਰ ਤਬ ਕਾਲੂ। ਬ੍ਰਾਹਮਣ ਪੰਡਿਤ ਹਰਦਿਆਲ ਜੀ ਨੇ ਜਦੋਂ ਇਵੇਂ ਕਿਹਾ ਹੈ, ਸੁਣ ਕਰਕੇ ਬਾਬਾ ਕਾਲੂ ਜੀ ਨੇ ਤਦੋਂ ਸਭ ਸੰਭਾਰਨ ਆਨ ਉਤਾਲੂ। ਬੜੀ ਛੇਤੀ ਨਾਲ ਕਿ ਕੋਈ ਚੀਜ਼ ਰਹਿ ਨਾ ਜਾਵੇ, ਉਹ ਫਿਰ ਸਮੇਂ 'ਤੇ ਲਿਆਂਦੀ ਨਹੀਂ ਜਾਂਦੀ ਹੈ। ਚੰਗੀ ਤਰ੍ਹਾਂ ਕੋਈ ਸਮਾਨ ਛੁੱਟ ਨਾ ਜਾਵੇ, ਸੰਭਾਲ ਕੇ ਚੰਗੀ ਤਰ੍ਹਾਂ ਬੜੀ ਛੇਤੀ ਨਾਲ ਲੈ ਆਂਦੀ ਸਾਰੀ ਸਮੱਗਰੀ। ਭੋਜਨ ਹੇਤ ਅੰਨ ਇਕਠਾਈ। ਤੇ ਭੋਜਨ ਵਾਸਤੇ ਕਿ ਹੁਣ ਬੜੇ ਬ੍ਰਾਹਮਣ ਆਉਣੇ ਆ, ਛਤਰੀ ਆਉਣੇ ਆ, ਵੇਦੀ ਵੰਸ਼ ਨੇ ਆਉਣਾ, ਸਾਡੇ ਰਿਸ਼ਤੇਦਾਰਾਂ ਨੇ ਆਉਣਾ, ਉਹਨਾਂ ਨੂੰ ਭੋਜਨ ਛਕਾਉਣਾ ਹੈ। ਭੋਜਨ ਵਾਸਤੇ ਅੰਨ ਇੱਕ ਥਾਂ 'ਤੇ ਬਹੁਤ ਸਾਰਾ ਇਕੱਠਾ ਕਰ ਲਿਆ ਹੈ। ਆਮਿਖ ਕਾਰਨ ਛਾਂਗ ਮੰਗਾਈ। ਅੱਜ ਜਿਵੇਂ ਵਿਆਹਾਂ ਵਿੱਚ ਤੋ ਕਈ ਜਿਹੜੇ ਖਾਣ ਪੀਣ ਵਾਲੇ ਜਿਵੇਂ ਬੱਕਰਾ ਵੀ ਮੰਗਾ ਲੈਂਦੇ ਹੈ। ਬਾਬਾ ਕਲਿਆਣ ਚੰਦ ਜੀ ਨੇ ਜੋ ਛਤਰੀਆਂ ਦੀ ਰੀਤ ਹੈ, ਕਿਉਂਕਿ ਛਤਰੀ ਲੋਕ ਤੇ ਇਵੇਂ ਜੰਗ ਜੋਧੀ ਕਰਦੇ ਹੈ, ਮਾਸ ਛਕਦੇ ਹੈ, ਉਹ ਬਾਬਾ ਕਲਿਆਣ ਚੰਦ ਜੀ ਨੇ ਵੀ ਇਵੇਂ ਰਿਸ਼ਤੇਦਾਰ ਸਾਰੇ ਆਦਿਕ ਆਉਣੇ, ਛਤਰੀ ਬੜੇ ਇਕੱਠੇ ਹੋਣੇ ਆ,
ਉਹ ਬੱਕਰਾ ਜਿਹਾ ਵੀ ਇੱਕ ਮੰਗਵਾ ਲਿਆ ਹੈ। ਜੋ ਛਤਰੀ ਕਾਲੂ ਕੇ ਗਿਆਤੀ। ਬਾਬਾ ਕਲਿਆਣ ਚੰਦ ਜੀ ਦੇ ਜੋ ਛਤਰੀ ਜਾਤ ਦੇ ਸਾਰੇ ਗਿਆਤੀ, ਇਵੇਂ ਸੰਬੰਧੀ ਰਿਸ਼ਤੇਦਾਰ ਭਾਈਚਾਰਾ ਆਦਿਕ ਜਿੰਨੇ ਵੀ ਹਨ, ਸਬਨ ਅਮੰਤੂ ਦੀਨੋ ਖਿਆਤੀ। ਸਾਰਿਆਂ ਨੂੰ ਪ੍ਰਗਟ ਰੂਪ ਵਿੱਚ ਹੀ ਆ ਨਿਉਂਦਾ ਦੇ ਦਿੱਤਾ ਵੀ ਇਵੇਂ ਇਸ ਦਿਨ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਇਆ ਜਾਣਾ ਹੈ, ਜਗ ਕਰਨਾ ਹੈ, ਭੋਜਨ ਛਕਾਉਣਾ ਸਭ ਨੂੰ। ਐਵੇਂ ਉਹ ਮੰਤਰਣ ਜਿਹੜਾ ਨਿਉਂਦਾ ਦੇ ਦਿੱਤਾ ਸਭ ਨੂੰ। ਔਰ ਜੇ ਨਗਰ ਬਿਪਰ ਬਰ ਰਹੀ। ਹੋਰ ਜਿਹੜੇ ਰਾਏ ਭੋਏ ਤਲਵੰਡੀ ਨਗਰ ਵਿੱਚ ਹੋਰ ਜਿਹੜੇ ਬੜੇ ਬ੍ਰਾਹਮਣ ਰਹਿੰਦੇ ਸਨ, ਵੇਦਨ ਵਿਦ ਕੇ ਬੇਤਾ ਅਹੀ। ਜਿਹੜੇ ਵੇਦਾਂ ਦੀ ਵਿਧੀ ਦੇ ਬੇਤਾ ਬੜੇ ਜਾਣਨ ਵਾਲੇ ਸੀ, ਐ ਵੇਦਾਂ ਨੂੰ ਚੰਗੀ ਤਰ੍ਹਾਂ ਪੜ੍ਹੇ ਹੋਏ, ਐਵੇਂ ਅਨਪੜ੍ਹ ਜੇ ਬਾਹਮਣ ਨਹੀਂ ਸਨ। ਦਇਓ ਅਮੰਤੂ ਸਬਨ ਪੁਕਾਰੀ। ਐਵੇਂ ਉਹ ਇੱਕ ਦਾਸ ਨੂੰ ਭੇਜ ਕੇ ਸਾਰਿਆਂ ਦੇ ਘਰਾਂ ਵਿੱਚ, ਰਿਸ਼ਤੇਦਾਰਾਂ ਸੰਬੰਧੀਆਂ ਦੀ ਸਾਰਿਆਂ ਦੇ ਘਰਾਂ ਵਿੱਚ ਉਹ ਨਿਉਂਦਾ ਦੇ ਦਿੱਤਾ। ਪੁਕਾਰ ਪੁਕਾਰ ਕੇ ਉੱਚੀ ਉੱਚੀ ਕਹਿ ਕੇ ਵੀ ਫਲਾਣਾ ਦਿਨ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਇਆ ਜਾਣਾ ਹੈ। ਬਾਬਾ ਕਲਿਆਣ ਚੰਦ ਵੱਲੋਂ ਸਭ ਨੂੰ ਸੁਨੇਹਾ ਹੈ ਕਿ ਸਾਰੇ ਪਹੁੰਚਣ। ਬੜਾ ਭਾਰੀ ਪ੍ਰੋਗਰਾਮ ਹੈ। ਸਾਰਿਆਂ ਨੂੰ ਪੁਕਾਰ ਕੇ ਨਿਉਂਦਾ ਆਮੰਤਰਣ ਦੇ ਦਿੱਤਾ ਹੈ। ਆਏ ਕਾਲੂ ਧਾਮ ਮਜਾਰੀ। ਤੇ ਬਾਬਾ ਕਾਲੂ ਜੀ ਨੇ ਜਿਵੇਂ ਸੁਨਾ ਭੇਜਿਆ ਸੀ, ਉਹ ਸਾਰੇ ਸਾਰਿਆਂ ਨੂੰ ਸੁਨੇਹੇ ਮਿਲ ਗਏ। ਜਿਸ ਦਿਨ ਉਹ ਦਿਨ ਆ ਗਿਆ ਹੈ ਜਿਹੜਾ ਨਿਯਤ ਕੀਤਾ ਸੀ, ਇਸ ਦਿਨ ਗੁਰੂ ਜੀ ਨੂੰ ਜਨੇਊ ਪਾਉਣਾ ਹੈ, ਉਹ ਸਾਰੇ ਲੋਕ ਬ੍ਰਾਹਮਣ ਖੱਤਰੀ ਬੈਸ ਸਗੇ ਸੰਬੰਧੀ ਭਾਈਚਾਰਾ ਵੇਦੀ ਵੰਸ਼ ਸਾਰੇ ਗੁਰੂ ਨਾਨਕ ਸਾਹਿਬ ਜੀ ਕੇ ਘਰ ਆ ਗਏ ਹਨ। ਗੋ ਮੈਂ ਸੋ ਲੇਪਨ ਛਿਤ ਕਰਕੇ। ਜਿਹੜਾ ਪੰਡਿਤ ਹਰਦਿਆਲ ਹੈ ਉਹ ਵੀ ਪਹੁੰਚਿਆ ਹੋਇਆ, ਸਾਰੀ ਤਿਆਰੀ ਉਹਨੇ ਕਰਨੀ ਸੀ। ਐਵੇਂ ਗੋਬਰ ਦਾ ਜਿਹੜਾ ਹੈ, ਗਾਂ ਦਾ ਜਿਹੜਾ ਗੋਬਰ ਗੋਇਆ ਜਾ ਲੈ ਕੇ, ਤੇ ਜਿਹੜੀ ਧਰਤੀ ਹੈ, ਜਿਵੇਂ ਬ੍ਰਾਹਮਣ ਲੋਕ ਧਰਤੀ ਨੂੰ ਲੇਪਣ ਕਰਦੇ ਆ, ਪਹਿਲਾਂ ਸਫਾਈ ਕਰਦੇ ਆ, ਇਵੇਂ ਝਾੜੂ ਦੇ ਕੇ ਗੋਏ ਦਾ ਗੋਬਰ ਦਾ ਲੇਪਣ ਕਰਕੇ ਧਰਤੀ ਨੂੰ ਚੰਗੀ ਤਰ੍ਹਾਂ ਬਣਾ ਸਵਾਰ ਕੇ ਪੂਰਿਓ ਚੌਂਕ ਹਰਖ ਉਰ ਧਰ ਕੇ। ਉਹ ਪੋਚਾ ਜਾ ਮਾਰ ਕੇ ਫਿਰ ਹਿਰਦੇ ਵਿੱਚ ਬੜੀ ਖੁਸ਼ੀ ਰੱਖ ਕੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਹੈ, ਆ ਮੈਨੂੰ ਸੇਵਾ ਮਿਲੀ ਹੋਈ ਹੈ ਜਨੇਊ ਪਾਉਣ ਦੀ, ਬੜੀ ਖੁਸ਼ੀ ਹੈ। ਤੇ ਚੌਂਕਾ ਪੂਰਿਆ ਹੈ। ਉਹ ਜਿੰਨੇ ਥਾਂ ਤੇ ਰਸੋਈ ਦਾ ਘੇਰਾ ਮੰਡਲ ਹੈ, ਚਨੁਕਰਾ, ਜਿੱਥੇ ਜਿੱਥੇ ਪੋਚਾ ਮਾਰਿਆ ਹੁੰਦਾ, ਉਸ ਥਾਂ ਤੇ ਮੈਂ ਖਾਨੇ 'ਚ ਬਣਾ ਕੇ ਵਿਚਕਾਰ ਜੇ ਖਾਨੇ ਬਣਾ ਕੇ ਇਹਦੇ ਵਿੱਚ ਘਾਰਲੇ ਥਾਂ ਤੇ ਗੁੜ ਰੱਖ ਕੇ ਤੋ ਐਵੇਂ ਗ੍ਰਹਿਾਂ ਨੂੰ ਮਨਾਇਆ ਜਾਂਦਾ ਹੈ। ਫਿਰ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ, ਸਾਰਿਆਂ ਨੂੰ ਪੂਜਿਆ ਜਾਂਦਾ ਹੈ। ਪੰਡਿਤ ਹਰਦਿਆਲ ਜੀ ਨੇ ਉਹ ਸਾਰਾ ਵਿਧੀ ਵਿਧਾਨ ਕੀਤਾ ਹੈ, ਇਵੇਂ ਚੌਂਕਾ ਪੂਰਿਆ ਹੈ ਬੜਾ ਖੁਸ਼ ਹੋ ਕੇ। ਸ਼੍ਰੀ ਨਾਨਕ ਜੀ ਪੁਨ ਬੁਲਵਾਏ। ਸਾਰੀ ਤਿਆਰੀ ਕਰਕੇ ਉਹ ਕਿਹਾ ਹੈ ਕਿਸੇ ਨੂੰ ਆਵਾਜ਼ ਜੀ ਦੇ ਕੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਹੁਣ ਬੁਲਵਾਓ। ਸਾਰੀ ਤਿਆਰੀ ਹੋ ਗਈ ਹੈ ਤੇ ਸੱਚੇ ਪਾਤਸ਼ਾਹ ਜੀ ਨੂੰ ਆਵਾਜ਼ ਦੇ ਕੇ ਬੁਲਵਾ ਲਿਆ ਕਿ ਇੱਥੇ ਪਹੁੰਚੋ। ਦਵਿਜ ਬਹਾਜ ਕੇ ਬੀਚ ਬਿਸਾਏ। ਇਵੇਂ ਬੜੇ ਬ੍ਰਾਹਮਣ ਇਕੱਠੇ ਹੋਏ ਆ, ਚਾਰ ਸ਼ਫੇਰੇ ਬਾਜ ਜਿਹੜੇ ਖੱਤਰੀ ਆ ਉਹ ਇਕੱਠੇ ਹੋਏ ਆ, ਬੈਸ ਇਕੱਠੇ ਹੋਏ ਆ, ਸਕੇ ਸੰਬੰਧੀ ਇਕੱਠੇ ਹੋਏ ਆ। ਗੁਰੂ ਨਾਨਕ ਸਾਹਿਬ ਜੀ ਨੇ ਐਵੇਂ ਉਹ ਜਿੱਥੇ ਚੌਂਕਾ ਪੂਰਿਆ ਹੈ, ਲੇਪਣ ਕੀਤਾ ਹੈ, ਉਹ ਧਰਤੀ ਉੱਪਰ ਗੋਬਰ ਦਾ ਉਹ ਥਾਂ ਤੇ ਸੁਕਾ ਕੇ ਤੇ ਉੱਥੇ ਗੁਰੂ ਜੀ ਨੂੰ ਵਿਚਕਾਰ ਬਿਠਾ ਲਿਆ ਹੈ। ਜਿਉ ਉਡਗਨ ਕੀ ਸਭਾ ਮਝਾਰਾ। ਭਾਈ ਬਾਲਾ ਜੀ ਕਹਿੰਦੇ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਸੰਗਤ ਜੀ, ਇਸੇ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਕਿ ਗੁਰੂ ਅੰਗਦ ਦੇਵ ਮਹਾਰਾਜ ਅੱਜ ਜਿਵੇਂ ਤਾਰਿਆਂ ਦੀ ਸਭਾ ਦੇ ਵਿੱਚ ਜਾਵਹਿ ਪੂਰਨ ਇੰਦ ਉਧਾਰਾ। ਪੂਰਨਮਾਸ਼ੀ ਦਾ ਚੰਦਰਮਾ ਬੜਾ ਸ੍ਰੇਸ਼ਟ ਜਿਵੇਂ ਵਿੱਚ ਚਲਿਆ ਜਾਵੇ ਤੋ ਤਾਰਿਆਂ ਦੀ ਸਾਰੀ ਲੋ ਜਿਹੜੀ ਖਤਮ ਹੋ ਜਾਂਦੀ ਹੈ, ਚੰਦਰਮਾ ਦਾ ਪ੍ਰਕਾਸ਼ ਹੋ ਜਾਂਦਾ। ਇਵੇਂ ਤਾਰਿਆਂ ਵਾਂਗ ਬ੍ਰਾਹਮਣ ਖੱਤਰੀ ਵਿਦਵਾਨ ਬੜੇ ਬੈਠੇ ਹੋਏ ਆ। ਗੁਰੂ ਨਾਨਕ ਸਾਹਿਬ ਜੀ ਪੂਰਨਮਾਸ਼ੀ ਦੇ ਚੰਦਰਮਾ ਵਿੱਚ
ਵਰਗੇ ਜਾ ਬਿਰਾਜਿਐ। ਸ਼ੋਭਾ ਸੰਯੁਤ ਤਿਉ ਤਹ ਜਾਈ। ਬੜੀ ਸੋਭਾ ਦੇ ਸਹਿਤ ਉੱਥੇ ਜਾ ਕੇ ਵੈਸੇ ਬੀਚ ਸਭਾ ਸੁਖਦਾਈ। ਸਭ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਇਵੇਂ ਸਾਰਿਆਂ ਦੀ ਸਭਾ ਵਿੱਚ ਜਾ ਬੈਠੇ ਐ। ਸ਼ਤਰਨ ਰੀਤ ਜੋ ਹੋਤੀ ਪੁਰਾਤਨ। ਜੋ ਪੁਰਾਤਨ ਪਹਿਲੇ ਸਮੇਂ ਤੋਂ ਆ ਬੜੇ ਜਿਉਂ ਇਹ ਧਰਮ ਵਰਨ ਬਣੇ ਐ ਤੇ ਛਤਰੀਆਂ ਦੀ ਜਿਹੜੀ ਰੀਤੀ ਮਰਿਆਦਾ ਚੱਲਦੀ ਆ ਰਹੀ ਸੀ। ਸੋ ਕੀਨੀ ਦਿਜਵਲ ਸਭ ਭਾਤਨ। ਪੰਡਿਤ ਹਰਦਿਆਲ ਜੀ ਨੇ ਉਹ ਸਭ ਤਰ੍ਹਾਂ ਨਾਲ ਕੀਤੀ ਹੈ। ਇਵੇਂ ਪੋਚਾ ਫੇਰਿਆ ਹੈ, ਚੌਂਕਾ ਪੂਰਿਆ ਹੈ, ਇਵੇਂ ਵਿਚਕਾਰ ਆ ਬੈਠਾ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾਇਆ ਹੈ, ਜਿਵੇਂ ਜਨੇਊ ਪਾਉਣਾ ਜਨੇਊ ਮੰਗਵਾਇਆ ਹੈ, ਸਭ ਤਰ੍ਹਾਂ ਦੀ ਜਿਹੜੀ ਰੀਤੀ ਕੀਤੀ ਹੈ। ਕੁੱਲ ਆਚਾਰ ਸਿਖਾਵਨ ਲਾਗਾ। ਗੁਰੂ ਮਹਾਰਾਜ ਜੀ ਨੂੰ ਇਵੇਂ ਸਾਹਮਣੇ ਬਿਠਾਇਆ ਹੋਇਆ ਤੇ ਪੰਡਿਤ ਹਰਦਿਆਲ ਜਿਹੜੇ ਕੁੱਲ ਦਾ, ਜੋ ਛਤਰੀ ਕੁੱਲ ਦਾ ਆਚਾਰ ਹੈ, ਆਚਰਣ ਹੈ, ਕੰਮ ਕੀਤਾ ਕਰਤੱਵ ਹੈ, ਉਹ ਸਮਝਾਉਣ ਲੱਗਾ ਹੈ। ਪੁਨ ਪਾਵਨ ਜੰਨੂ ਅਨਰਾਗਾ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਗਲ ਵਿੱਚ ਜੰਨੂ ਜਨੇਊ ਪਾਉਣ ਲਈ ਬੜਾ ਪ੍ਰੇਮੀ ਪਿਆਰਾ ਹੋ ਰਿਹਾ ਹੈ। ਜਗਤ ਬਿਮੋਚਨ ਲੋਚਨ ਚਾਰੂ। ਜੋ ਸਤਿਗੁਰੂ ਨਾਨਕ ਸਾਹਿਬ ਜੀ ਜਗਤ ਦੇ ਦੁੱਖਾਂ ਨੂੰ ਕੱਟਣ ਵਾਲੇ ਹੈ ਤੇ ਜਿਨ੍ਹਾਂ ਦੇ ਸੁੰਦਰ ਸੋਹਣੇ ਨੇਤਰ ਹੈ, ਬੜੇ ਚੌੜੇ। ਚਿਤਵਨ ਕੀਨੀ ਮੁਖ ਉਧਾਰੂ। ਜਿਹੜੇ ਮੁਕਤੀ ਨੂੰ ਦੇਣ ਵਾਲੇ ਬੜੇ ਸਖੀ ਦਾਤੇ ਹੈ, ਖੁੱਲੇ ਦਿਲ ਵਾਲੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਐਵੇਂ ਪੰਡਿਤ ਹਰਦਿਆਲ ਵੱਲ ਤੱਕਣਾ ਕੀਤਾ, ਦੇਖਣਾ ਕੀਤਾ। ਬੂਜਤ ਭੇਦ ਵਿਜ ਮੋਹੇ ਸੁਨਾਵੋ। ਮਹਾਰਾਜ ਪੰਡਿਤ ਹਰਦਿਆਲ ਜੀ ਨੂੰ ਪੁੱਛਣ ਲੱਗੇ ਹੈ ਕਿ ਹੇ ਪੰਡਿਤ ਹਰਦਿਆਲ, ਤੁਸੀਂ ਮੈਨੂੰ ਸਮਝਾਓ ਕਿ ਆ ਜਿਹੜਾ ਜਨੇਊ ਜਿਹਾ ਲੈ ਕੇ ਪਾਉਣ ਲਈ ਮੇਰੇ ਵੱਲ ਗਾਂਹ ਹੋ ਰਹੇ ਹੋ, ਕਿਸ ਕਾਰਨ ਤੇ ਜੰਨੂ ਪਾਵੋ। ਤੁਸੀਂ ਮੈਨੂੰ ਸਮਝਾਓ। ਮੈਂ ਪੁੱਛਦਾ ਹਾਂ ਵੀ ਆ ਕਿਸ ਕਾਰਨ ਤੇ ਜਿਹੜਾ ਧਾਗੇ ਦਾ ਜਨੇਊ ਜਿਹਾ ਹੈ, ਆ ਕੱਤਿਆ ਵਟਿਆ ਹੋਇਆ, ਮੈਨੂੰ ਪਾ ਰਿਓ ਅੱਗੇ ਹੋ ਕੇ। ਕੌਣ ਅਦਿਕਤਾ ਜਾਂ ਕੇ ਪਾਏ। ਮੈਨੂੰ ਦੱਸੋ ਵੀ ਕੀ ਅਦਿਕਤਾ ਹੈ, ਕੀ ਪਦਵੀ ਪ੍ਰਾਪਤ ਹੁੰਦੀ ਹੈ ਇਸ ਜਨੇਊ ਦੇ ਪਾਇਆ ਹੋਇਆ। ਜੇ ਤੁਸੀਂ ਮੈਨੂੰ ਇਹ ਜਨੇਊ ਪਾ ਦਿਓ ਤੇ ਮੇਰੀ ਕੀ ਵਡਿਆਈ, ਕੀ ਬੌਲਤਾ ਇਹਦੇ ਵਿੱਚ। ਕਿਸ ਪਦਵੀ ਇਹੋ ਦੇਤ ਪਹੁੰਚਾਏ। ਇਹ ਤੁਹਾਡਾ ਪਾਇਆ ਹੋਇਆ ਜਨੇਊ ਪੰਡਿਤ ਹਰਦਿਆਲ ਜੀ ਕਿਸ ਪਦਵੀ ਤੇ ਸਾਨੂੰ ਪਹੁੰਚਾ ਦੇਵੇਗਾ, ਕਿੱਥੋਂ ਤੱਕ ਲੈ ਜਾਵੇਗਾ ਇਹ ਧਾਗੇ ਦਾ ਜਨੇਊ। ਪਹਿਰੇ ਬਿਨਾ ਨੂਨਤਾ ਜੋ। ਵੀ ਫਿਰ ਇਹ ਵੀ ਦੱਸ ਦਿਓ, ਜੇ ਅਸੀਂ ਨਹੀਂ ਪੈਰਦੇ, ਨਹੀਂ ਪਾਉਂਦੇ ਤੇ ਪਾਉਣ ਤੋਂ ਬਿਨਾਂ ਸਾਨੂੰ ਕੀ ਨਿਊਨਤਾ ਹੋ ਜਾਊ, ਕੀ ਘਾਟਾ ਹੋ ਜਾਊ, ਕੀ ਅਸੀਂ ਨੀਵੇਂ ਪੈ ਜਾਾਂਗੇ। ਮੋਹੇ ਸਮਝਾਏ ਸੋ। ਮੈਨੂੰ ਉਹ ਸਭ ਤਰ੍ਹਾਂ ਨਾਲ ਸਮਝਾਈਏ ਸੋ, ਮੈਨੂੰ ਉਹ ਸਾਰਾ ਕੁਝ ਸਮਝਾਈਏ ਕਿ ਜੇ ਅਸੀਂ ਪਾਉਂਦੇ ਹਾਂ ਤੇ ਕੀ ਵਡਿਆਈ ਹੈ, ਕੀ ਕਿੱਥੇ ਉਹ ਪਦਵੀ ਤੇ ਪਹੁੰਚਾਵੇਗਾ ਜਨੇਊ, ਜੇ ਨਹੀਂ ਪਾਉਂਦੇ ਆ ਤੇ ਕੀ ਘਾਟਾ ਹੋ ਜੂ, ਸਾਨੂੰ ਸਾਰਾ ਸਮਝਾ ਦਿਓ। ਸੁਨ ਹਰਦਿਆਲ ਚੌਂਪ ਹਿਤ ਚਮਕੀ। ਸੁਣ ਕੇ ਪੰਡਿਤ ਹਰਦਿਆਲ ਜੀ ਦੇ ਚਿੱਤ ਵਿੱਚ ਬੜੀ ਇੱਛਾ ਜਾਗੀ, ਚਮਕੀ ਹੈ। ਇੱਛਾ ਕਰਤ ਮੋਹ ਪਰਮ ਕਮ ਕੀ। ਜੋ ਪੰਡਿਤ ਹਰਦਿਆਲ ਤੇ ਪਹਿਲਾਂ ਇੱਛਾ ਕਰਦਾ ਸੀ ਆਪਣਾ ਭਰਮ, 5 ਪ੍ਰਕਾਰ ਦੇ ਭਰਮ ਨੂੰ, ਇਵੇਂ ਜਿਹੜਾ ਮੋਹ ਹੈ ਜੰਮਣ ਮਰਨ ਨੂੰ ਪ੍ਰਾਪਤ ਕਰਾਉਣ ਵਾਲਾ, ਉਸ ਦੀ ਨਿਵਰਤੀ ਦੀ ਇੱਛਾ ਤੇ ਪਹਿਲਾਂ ਹੀ ਕਰ ਰਿਹਾ ਸੀ। ਜਿਸ ਦਿਨ ਗੁਰੂ ਜੀ ਦਾ ਪ੍ਰਕਾਸ਼ ਹੋਇਆ, ਨਾਮ ਰੱਖਿਆ, ਘਰ ਜਾਂਦਾ ਵਾਪਸ ਤੇ ਉਦਣ ਹੀ ਸੋਚਦਾ ਸੀ ਕਿ ਇਹ ਗੁਰੂ ਨਾਨਕ ਸਾਹਿਬ, ਮੈਂ ਤੇ ਵੇਖ ਲਿਆ ਕਿ ਤੁਸੀਂ ਕਿਸ ਦਾ ਅਵਤਾਰ ਹੋ, ਤੇ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਮੇਰੇ ਦਿਲ ਦੀ ਜਾਣਦੇ ਹੋ ਤੇ ਮੈਂ ਉਹਨਾਂ ਚਿਰ ਤੱਕ ਜਿੰਦਾ ਰਹਾਂ ਜਿੰਨਾ ਚਿਰ ਤੱਕ ਤੁਸੀਂ ਮੈਨੂੰ ਉਪਦੇਸ਼ ਨਾ ਦੇ ਦਿਓ। ਜਦੋਂ ਉਪਦੇਸ਼ ਦੇ ਦਿਓ ਮੈਂ ਉਸ 'ਤੇ ਚੱਲ ਕੇ ਫਿਰ ਮੈਂ ਆਪਣੀ ਦੇਹ ਛੱਡਾਂ, ਮੇਰਾ ਭਲਾ ਹੋਊਗਾ।
ਤੇ ਬੜਾ ਇਹ ਵਿਚਾਰਾਂ ਕਰਦਾ ਸੀ, ਮਨ 'ਚ ਉਦਾਸ ਸੀ ਵੀ ਮੇਰੀ ਇੱਛਾ ਪੂਰੀ ਹੋਵੇ। ਜੋ ਪੰਡਿਤ ਹਰਦਿਆਲ ਤੇ ਪਹਿਲਾਂ ਇੱਛਾ ਕਰ ਰਿਹਾ ਸੀ ਕਿ ਮੇਰਾ 5 ਪ੍ਰਕਾਰ ਦਾ ਭਰਮ ਤੇ ਇਹ ਜਿਹੜਾ ਮੋਹ ਬੜਾ ਦੁਖਦਾਈ ਹੈ, ਇਹ ਨਿਵਰਤ ਹੋ ਜਾਵੇ। ਪੂਰਬ ਆਸ ਸੁਨਨ ਉਪਦੇਸ਼ੂ। ਇਸ ਪੰਡਿਤ ਹਰਦਿਆਲ ਨੂੰ ਤੇ ਪਹਿਲਾਂ ਹੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਬੇਨਤ ਉਪਦੇਸ਼ ਸੁਣਨ ਦੀ ਇੱਛਾ ਸੀ। ਬਣੀ ਸੋ ਬਿਦ ਅਬ ਮਿਟਹਿ ਕਲੇਸ਼ੂ। ਜੋ ਪਹਿਲਾਂ ਹੀ ਆਸ ਕਰਕੇ ਬੈਠਾ ਹੋਇਆ ਸੀ, ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਹਿੰਦਾ ਵੀ ਬੇਦ ਬਣ ਗਈ ਹੈ। ਐਵੇਂ ਵਿਚਾਰਦਾ ਹੈ ਕਿ ਹੋ ਮਨਾ ਇਹ ਤੇ ਅੱਜ ਮੇਰੇ ਸਾਰੇ 5 ਪ੍ਰਕਾਰ ਦੇ ਜਿਹੜੇ ਕਲੇਸ਼ ਆ ਉਹ ਮਿਟ ਜਾਣਗੇ। ਉਹ ਤਰੀਕਾ ਅੱਜ ਬਿਦ ਬਣ ਗਈ ਹੈ। ਜਾਨਤ ਜੋਨ ਮਹਾਤਮ ਗੁਰ ਕੋ। ਜੋ ਪੰਡਿਤ ਹਰਦਿਆਲ ਗੁਰੂ ਨਾਨਕ ਸਾਹਿਬ ਜੀ ਦਾ ਮਹਾਤਮ ਵਡਿਆਈ ਪਹਿਲਾਂ ਹੀ ਜਾਣਦਾ ਸੀ। ਬੋਲਿਓ ਤਦਪ ਹਰਨ ਤਮ ਉਰ ਕੋ। ਹਿਰਦੇ ਦਾ ਜੇ ਹਿਰਦੇ ਵਿੱਚ ਜਿਹੜਾ ਅਗਿਆਨ ਰੂਪੀ ਹਨੇਰਾ ਕੁੱਪ ਅੰਧਕਾਰ ਹੈ, ਉਸ ਨੂੰ ਨਾਸ ਕਰਨ ਵਾਸਤੇ ਫਿਰ ਇਹ ਪੰਡਿਤ ਹਰਦਿਆਲ ਬੋਲਿਆ ਹੈ। ਤੇਜ ਛਤਰੀ ਕੋ ਧਰਮ ਜੋ ਧਰਈ। ਇਹ ਗੁਰੂ ਨਾਨਕ ਸਾਹਿਬ ਜੀ ਜਿਹੜੇ ਕੋਈ ਬ੍ਰਾਹਮਣ ਹੈ, ਜੇ ਉਹ ਜਿਹੜੇ ਧਰਮ ਨੂੰ ਧਾਰਨ ਜਦੋਂ ਕਰਦੇ ਹੈ, ਫਿਰ ਛਤਰੀ ਜਿਹੜੇ ਜਦੋਂ ਧਰਮ ਨੂੰ ਧਾਰਨ ਕਰਦੇ ਹੈ। ਜਗਿਓ ਪਵੀਤ ਸੋ ਪਾਵਨ ਕਰਈ। ਭਾਵੇਂ ਕਿਸੇ ਬ੍ਰਾਹਮਣ ਨੇ ਧਰਮ ਨੂੰ ਧਾਰਨਾ ਹੋਵੇ, ਛਤਰੀ ਨੇ ਧਰਮ ਨੂੰ ਧਾਰਨਾ ਕਰਨਾ ਹੋਵੇ, ਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਇਹ ਜਗਿਓ ਪਵੀਤ ਜਨੇਊ ਪਾਉਣਾ ਕਰਦੇ ਹੋ। ਇਹ ਜਿਹੜਾ ਸੰਸਕਾਰ ਹੈ ਨਾ ਧਰਮ ਵਿੱਚ ਪ੍ਰਵਿਰਤ ਹੋਣ ਦਾ, ਇਹ ਛਤਰੀ ਬ੍ਰਾਹਮਣਾਂ ਨੂੰ ਕਰਨਾ ਪੈਂਦਾ ਹੈ। ਉਹ ਜਗਿਓ ਪਵੀਤ ਬ੍ਰਹਮ ਸੂਤਰ ਜਨੇਊ ਨੂੰ ਪਾਉਣਾ ਕਰਦੇ ਐ। ਜਾਵਦ ਰੀਤ ਨਾ ਅਸ ਅਨਸਾਰੀ। ਜਦੋਂ ਤੱਕ ਇਸ ਰੀਤੀ ਮਰਿਆਦਾ ਅਨੁਸਾਰ ਉਹ ਛਤਰੀ ਹੋਵੇ ਭਾਵੇਂ ਬ੍ਰਾਹਮਣ ਹੋਵੇ, ਜਦੋਂ ਤੱਕ ਇਸ ਅਨੁਸਾਰੀ ਰੀਤੀ ਮਰਿਆਦਾ ਦੇ ਨਹੀਂ ਹੁੰਦਾ, ਤਾਵਦ ਨਹਿ ਚੌਕੇ ਅਧਿਕਾਰੀ। ਤਦੋਂ ਤੱਕ ਉਸ ਨੂੰ ਉਸ ਦੇ ਮਾਂ ਪਿਓ ਘਰ ਵਾਲੇ ਉਸ ਕੁਲ ਦੇ ਜਿਹੜੇ ਰਿਸ਼ਤੇਦਾਰ ਹੈ, ਉਹ ਚੌਂਕੇ ਦਾ ਅਧਿਕਾਰੀ ਨਹੀਂ ਬਣਾਉਂਦੇ ਹੈ। ਉਹ ਚੌਂਕੇ ਵਿੱਚ ਬੈਠ ਕੇ ਖਾਣ ਨਹੀਂ ਦਿੰਦੇ ਹੈ। ਉਹ ਕਹਿੰਦੇ ਹੈ ਕਿ ਇਹ ਹਜੇ ਨਿਗੁਰਾ ਹੈ, ਇਸ ਨੇ ਧਰਮ ਵਿੱਚ ਪ੍ਰਵਿਰਤ ਨਹੀਂ ਹੋਇਆ, ਜਨੇਊ ਨਹੀਂ ਧਾਰਨ ਕੀਤਾ, ਇਸ ਕਰਕੇ ਉਹ ਚੌਂਕੇ ਵਿੱਚ ਨਹੀਂ ਬਹਿਣ ਦਿੰਦੇ, ਉਹਨੂੰ ਬਾਹਰ ਹੀ ਖਵਾਉਂਦੇ ਆ, ਨਿਗੁਰਾ ਜਾਣਦੇ ਆ। ਤਦੋਂ ਤੱਕ ਘਰ ਵਾਲੇ ਮਾਂ ਪਿਓ ਰਿਸ਼ਤੇਦਾਰ ਉਸ ਕੁਲ ਦੇ ਅਧਿਕਾਰੀ ਨਹੀਂ ਸਮਝਦੇ, ਨਹੀਂ ਜਾਣਦੇ ਉਸ ਨੂੰ। ਦਵੇਜ ਬਹਾਜ ਕੋ ਇਸ ਬਿਨ ਧਰਮਾ। ਦਵੇਜ ਬਾਹਜ, ਦਵੇਜ ਜਿਹੜੇ ਖੱਤਰੀ ਹੈ, ਦਵੇਜ ਜਿਹੜੇ ਬ੍ਰਾਹਮਣ ਹੈ ਤੇ ਖੱਤਰੀ ਹੈ, ਇਹ ਗੁਰੂ ਨਾਨਕ ਸਾਹਿਬ ਜੀ ਇਸ ਨੂੰ ਧਾਰਨ ਕੀਤੇ ਤੋਂ ਬਿਨਾਂ ਉਹਨਾਂ ਦਾ ਧਰਮ ਨਹੀਂ ਰਹਿੰਦਾ ਹੈ। ਰਹਿਤ ਨਹੀਂ ਬੂਝੋ ਇਹ ਮਰਮਾ। ਗੁਰੂ ਨਾਨਕ ਸਾਹਿਬ ਜੀ ਇਹ ਭੇਦ ਜਾਣ ਲਓ ਕਿ ਉਸ ਦਾ ਖੱਤਰੀ ਹੋਵੇ ਬ੍ਰਾਹਮਣ ਹੋਵੇ, ਇਹਨੂੰ ਧਾਰਨ ਕੀਤੇ ਤੋਂ ਬਿਨਾਂ ਉਹਦਾ ਧਰਮ ਨਹੀਂ ਰਹਿੰਦਾ ਹੈ। ਵੇਦਨ ਵਿਦ ਸੋ ਜਬ ਗਰ ਪਾਵਹਿ। ਜੋ ਵੇਦਾਂ ਵਿੱਚ ਵਿਧੀ ਲਿਖੀ ਹੋਈ ਹੈ ਕਿ ਖੱਤਰੀ ਨੇ ਉਹ ਧਾਰਨ ਕਰਨਾ ਹੈ, ਜਨੇਊ ਨੂੰ ਜਿਹੜਾ ਹੈ ਬ੍ਰਾਹਮਣ ਨੇ ਧਾਰਨ ਕਰਨਾ ਹੈ। ਜਦੋਂ ਵੇਦਾਂ ਦੀ ਵਿਧੀ ਨਾਲ ਜੋ ਪੁਰਸ਼ ਇਸ ਜਨੇਊ ਨੂੰ ਆਪਣੇ ਗਲ ਵਿੱਚ ਪਾ ਲੈਂਦਾ ਹੈ, ਦਵੇਜ ਬਾਹਜ ਨਿਜ ਧਰਮ ਆਵਹਿ। ਤੇ ਜਦੋਂ ਉਹ ਬ੍ਰਾਹਮਣ ਧਰਮ ਵਿੱਚ ਆ ਜਾਂਦਾ ਹੈ, ਫਿਰ ਖੱਤਰੀ ਜਦੋਂ ਆਪਣੇ ਧਰਮ ਵਿੱਚ ਆ ਜਾਂਦਾ ਹੈ। ਜਿਹੜਾ ਇਸ ਜਨੇਊ ਨੂੰ ਪਾ ਲੈਂਦਾ ਹੈ, ਇਸ ਰੀਤੀ ਅਨੁਸਾਰ ਜੋ ਸੰਸਕਾਰ ਧਰਮ ਦਾ ਲਿਖਿਆ ਹੋਇਆ ਵੇਦਾਂ ਦੀ ਵਿਧੀ ਵਿੱਚ, ਉਹ ਫਿਰ ਜਿਹੜਾ ਧਾਰਨ ਕਰ ਲੈਂਦਾ, ਗਲ ਵਿੱਚ ਜਨੇਊ ਨੂੰ ਪਾ ਲੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਬ੍ਰਾਹਮਣ ਜੇ ਪਾਲੇ ਤੋਂ ਆਪਣੇ ਧਰਮ ਵਿੱਚ ਆ ਜਾਂਦਾ ਹੈ, ਛਤਰੀ ਪਾ ਲਵੇ ਉਹ ਆਪਣੇ ਧਰਮ ਵਿੱਚ ਆ ਜਾਂਦਾ। ਫਿਰ ਸੁਨ ਪ੍ਰੋਦਾ ਕੇ ਬਚਨ ਕਿਰਪਾਲਾ। ਸਤਿਗੁਰੂ ਨਾਨਕ ਸਾਹਿਬ ਜੀ ਜੋ ਦਿਆਲੂ ਕਿਰਪਾਲੂ ਕਿਰਪਾ ਦੇ ਘਰ ਹੈ,
ਇਵੇਂ ਪੰਡਿਤ ਪ੍ਰੋਹਤ ਹਰਦਿਆਲ ਦੇ ਬਚਨ ਸੁਣ ਕੇ ਕਮਲ ਬਦਨ ਕਹਿ ਗਿਰਾ ਰਸਾਲਾ। ਜੋ ਕਮਲ ਸਰੀਖੇ ਮੁਖ ਵਾਲੇ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖ ਤੋਂ ਬੜੀ ਸੁੰਦਰ ਰਸੀਲੀ ਬਾਣੀ ਕਹੀ ਹੈ। ਦਵਿਜ ਬਾਹਜ ਕੋ ਧਰਮ ਜੋ ਆਹੀ। ਮਹਾਰਾਜ ਕਹਿੰਦੇ ਹੈ ਜਿਹੜਾ ਬ੍ਰਾਹਮਣ ਹੈ ਇਹ ਹਰਦਿਆਲ ਜੀ ਵੀ ਬ੍ਰਾਹਮਣ ਜਿਹੜਾ ਕੋਈ ਉਸ ਦਾ ਜੋ ਧਰਮ ਹੈ, ਇਸੇ ਤਰ੍ਹਾਂ ਛਤਰੀ ਦਾ ਜੋ ਕੋਈ ਧਰਮ ਹੈ। ਗਰ ਮੇ ਪਾਏ ਸੂਤ ਰਹਾਹੀ। ਮੈਂ ਪੁੱਛਦਾ ਹਾਂ ਕਿ ਬ੍ਰਾਹਮਣ ਦਾ ਛਤਰੀ ਦਾ ਕੀ ਇਹ ਜਨੇਊ ਗਲ ਵਿੱਚ ਪਾਉਣ ਲਿਆ ਕਿ ਤਾਂ ਹੀ ਧਰਮ ਰਹਿੰਦਾ ਹੈ ਵੀ ਇਹ ਸੂਤ ਗਰ ਮੈਂ ਪਾਏ ਸੂਤ ਰਹਾਹੀ ਵੀ ਉਹਦਾ ਧਰਮ ਜੋ ਹੈ ਕਿ ਇਹ ਗਲ ਦੇ ਵਿੱਚ ਸੂਤ ਪਾ ਲੈਣਾ ਕਿ ਇਹੀ ਧਰਮ ਹੈ। ਕਿਦੋਂ ਸੋ ਕਰਮ ਕਰੇ ਤੇ ਰਹੀ। ਵੀ ਉਹਦਾ ਸੂਤ ਪਾਇਆ ਇਹ ਧਰਮ ਰਹਿੰਦਾ ਹੈ ਕਿ ਜਾਂ ਉਹ ਸ੍ਰੇਸ਼ਟ ਕਰਮ ਕਰੇ, ਚੰਗੇ ਕਰਮ ਕਰੇ, ਜਾਂ ਉਸ ਖੱਤਰੀ ਬ੍ਰਾਹਮਣ ਦਾ ਤਾਂ ਧਰਮ ਰਹਿੰਦਾ, ਮੈਨੂੰ ਦੱਸੋ। ਦਇਆ ਆਦ ਜੇ ਸ਼ੁਭ ਨਿਰਭਈ। ਅਥਵਾ ਜੋ ਗਰੀਬਾਂ ਮਾਤੜਾਂ ਜੀਵਾਂ ਤੇ ਦਇਆ ਕਰਦਾ ਹੈ, ਸੰਤੋਖੀ ਰਹਿੰਦਾ ਹੈ, ਜਤ ਸਤ ਰੱਖਦਾ ਹੈ, ਆਦਿ ਜਿਹੜੇ ਸ਼ੁਭ ਕਰਮਾਂ ਨੂੰ ਨਿਭਾਉਂਦਾ ਹੈ, ਜਾਂ ਫਿਰ ਉਹਦਾ ਧਰਮ ਰਹਿੰਦਾ ਹੈ। ਖੱਤਰੀ ਬ੍ਰਾਹਮਣ ਉਹਨਾਂ ਦਾ ਧਰਮ ਰਹਿੰਦਾ ਜਿਹੜੇ ਸੂਤ ਹੀ ਪਾ ਕੇ ਇਕੱਲਾ ਰੱਖਦੇ ਹੈ ਕਿ ਜਾਂ ਸ਼ੁਭ ਕਰਮਾਂ ਨੂੰ ਕਮਾਉਣ ਵਾਲਿਆਂ ਦਾ ਧਰਮ ਰਹਿੰਦਾ ਹੈ। हे ਪੰਡਿਤ ਜੀ ਮੈਨੂੰ ਖੁਲਾਸਾ ਕਰਕੇ ਦੱਸੋ। ਪਾਏ ਸੂਤ ਗਰ ਕਰਤ ਕੋ ਕਰਮਾ। ਬ੍ਰਾਹਮਣ ਪੰਡਿਤ ਹਰਦਿਆਲ ਜੀ ਜੇ ਗਲ ਵਿੱਚ ਪਾ ਕੇ ਇਹ ਜਨੇਊ ਦਾ ਸੂਤ ਤੇ ਖੋਟੇ ਕਰਮ ਕਰਦਾ ਰਹੇ, ਪਰ ਇਸਤਰੀ ਗਮਨ ਕਰੇ, ਬਦ ਫੈਲੀਆਂ ਕਰੇ, ਝੂਠ ਨਿੰਦਾ ਚੁਗਲੀ ਕਰਦਾ ਰਹੇ, ਧਨ ਹਿਤ ਹਿੰਸਾ ਤਰਹਿ ਅਧਰਮਾ। ਫਿਰ ਧਨ ਵਾਸਤੇ ਜੀਵਾਂ ਨੂੰ ਮਾਰੇ, ਧਨ ਵਾਸਤੇ ਧਰੋਹ ਕਰੇ, ਵੈਰ ਕਰੇ, ਵੈਰ ਕਮਾਵੇ, ਧਨ ਵਾਸਤੇ ਅਧਰਮ ਕਮਾਵੇ, ਜਿਹੜੀ ਧਰਮ ਤੋਂ ਉਲਟੀ ਗੱਲ ਉਹਨੂੰ ਕਰੇ ਧਨ ਵਾਸਤੇ। ਅੰਤ ਪ੍ਰਯੰਤ ਦੁਸ਼ਟਾ ਧਾਰੇ। ਦੁਸ਼ਟਤਾ ਧਾਰੇ। ਫਿਰ ਜਦੋਂ ਜਨਮ ਲੈ ਲਿਆ ਤੇ ਮੰਨ ਲਓ ਵੀ 10 ਸਾਲ ਦੀ ਉਮਰ 'ਚ ਉਹਨੇ ਜਨੇਊ ਧਾਰਨ ਕਰ ਲਿਆ ਹੈ। ਬ੍ਰਾਹਮਣ ਲੋਕ 8 ਸਾਲ ਦੀ ਉਮਰ 'ਚ ਧਾਰਨ ਕਰਦੇ ਹੈ, ਜਿਹੜੇ ਖੱਤਰੀ ਉਹ 11 ਸਾਲ ਜਾਂ 10 ਸਾਲ ਦੀ ਉਮਰ 'ਚ ਧਾਰਨ ਕਰਦੇ ਜਨੇਊ, ਜਿਵੇਂ ਧਾਗਾ ਪਾਉਂਦੇ, ਜਿਵੇਂ ਆਪਾਂ ਗਲ ਵਿੱਚ ਗਾਤਰਾ ਪਾਇਆ ਹੋਇਆ ਹੈ ਉਹ ਜਨੇਊ ਪਾਉਂਦੇ ਬ੍ਰਾਹਮਣ ਲੋਕ। ਮਹਾਰਾਜ ਕਹਿੰਦੇ ਕਿ ਜਾਂ ਜਦੋਂ ਜਨੇਊ ਪਾ ਲਿਆ ਤੇ ਫਿਰ ਮਰਦੇ ਦਮ ਤੱਕ, ਅੰਤ ਤੱਕ ਕਿ ਦੁਸ਼ਟਤਾਈ ਨੂੰ ਧਾਰ ਕੇ ਰੱਖੇ। ਝੂਠ ਪਿਛਨਤਾ ਚਿਤ ਹਿਤਕਾਰੇ। ਤੇ ਫਿਰ ਉਹਦਾ ਝੂਠ ਦੇ ਨਾਲ ਹਿਤ ਕਰਦਾ ਹੋਵੇ, ਚੁਗਲੀ ਦੇ ਵਿੱਚ ਹਿਤ ਕਰਦਾ ਹੋਵੇ, ਚੁਗਲੀਆਂ ਕਰਦਾ ਕਿ ਥੱਕੇ ਨਾ। ਜੋ ਖੱਤਰੀ ਦਵਿਜ ਕਿਦੋਂ ਰੰਡਾਲਾ। ਚੰਡਾਲਾ। ਮਹਾਰਾਜ ਸਾਰਾ ਇਹ ਕੁਝ ਕਹਿ ਕੇ ਕਹਿੰਦੇ ਆ ਵੀ हे ਬ੍ਰਾਹਮਣ ਜੇ ਇੱਦਾਂ ਦੇ ਕੰਮ ਕਰਦਾ ਜਨੇਊ ਪਾ ਕੇ ਤੇ ਕੀ ਫਿਰ ਉਹਦਾ ਜਨੇਊ ਠੀਕ ਹੈ? ਉਹਦਾ ਜਨੇਊ ਪਾਇਆ ਕੀ ਕਰੂ ਜੇ ਸੂਤ ਦਾ ਧਾਗਾ ਪਾ ਕੇ ਤੇ ਖੋਟੇ ਕਰਮ ਹੀ ਕਰੀ ਜਾਂਦਾ ਹੈ। ਜੋ ਖੱਤਰੀ ਹੈ ਜਾਂ ਜੋ ਬ੍ਰਾਹਮਣ ਹੈ ਕਿ ਦੱਸੋ ਇਹੋ ਜਿਹੇ ਕੰਮ ਕਰਨ ਵਾਲਾ ਉਹ ਖੱਤਰੀ ਹੈ ਜਾਂ ਉਹ ਬ੍ਰਾਹਮਣ ਹੈ ਕਿ ਜਾਂ ਉਹ ਚੰਡਾਲ ਹੈ? ਤੂੰ ਹੀ ਦੱਸ। ਸਹਿ ਜਾਏ ਜਮ ਦੰਡ ਵਿਸਾਲਾ। ਉਹ ਜਿਹੜਾ ਇਹੋ ਜਿਹੇ ਕਰਮ ਕਰਦਾ ਹੈ, ਭਾਵੇਂ ਜਨੇਊ ਪਾਵੇ ਨਾ ਪਾਵੇ, ਖੱਤਰੀ ਹੋਵੇ, ਬ੍ਰਾਹਮਣ ਹੋਵੇ, ਚੰਡਾਲ ਹੋਵੇ, ਉਹ ਤੇ ਜਮ ਦਾ ਜਿਹੜਾ ਦੰਡ ਹੈ, ਜਮ ਦਾ ਜਿਹੜਾ ਡੰਡਾ ਹੈ ਨਾ, ਠੇਂਗਾ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਅੱਗੇ ਦੋਜਗ ਤਪਿਆ ਸੁਣੀਏ ਹੂਲ ਪਵੇ ਕਾ ਹਾਹਾ। ਜਿੱਥੇ ਭਿਆਨਕ ਸਜ਼ਾ ਮਿਲਦੀ ਹੈ ਬੜੀ, ਜਮ ਦੀ ਮਾਰ ਪੈਂਦੀ ਹੈ, ਉਹ ਤੇ ਉੱਥੇ ਜਾ ਕੇ ਸਹਿੰਦਾ ਹੈ ਭਾਵੇਂ ਕੋਈ ਵੀ ਹੋਵੇ। ਕੌਣ ਜਨੇਊ ਤੇ ਫਲ ਦੀਨਾ। ਫਿਰ 10 ਬ੍ਰਾਹਮਣ ਪੰਡਿਤ ਹਰਦਿਆਲ ਜਦੋਂ ਉੱਥੇ ਜਮ ਦੀ ਮਾਰ ਪੈਂਦੀ ਬੜੀ ਭਿਆਨਕ, ਤੇ ਉਸ ਦੇ ਦੱਸੋ ਜਨੇਊ ਨੇ ਜਿਹੜਾ ਜਨੇਊ ਪਾਇਆ ਹੈ
ਜਨੇਊ ਨੇ ਉਸ ਨੂੰ ਕੀ ਫਲ ਦਿੱਤਾ, ਕੀ ਉਹਨੇ ਛਡਾਇਆ ਉੱਥੇ। ਪਾਇਓ ਨਰਕ ਇਹਾਂ ਅਗਨ ਕੀਨਾ। ਇੱਥੇ ਜਿਹੜੇ ਪਾਪ ਕੀਤੇ ਆ ਉਹਨੇ ਤੇ ਸਗੋਂ ਨਰਕੀ ਪਾਇਆ ਹੈ। ਸੁਨ ਕਰ ਬਚ ਦਿਜ ਬਰ ਜੇ ਪੈਸੇ। ਸੁਣ ਕਰਕੇ ਦਿਜ ਬਰ ਜੋ ਪ੍ਰੋਹਤ ਹਰਦਿਆਲ ਹੈ, ਜੋ ਇਸੇ ਤਰ੍ਹਾਂ ਜਿਹੜੇ ਹੋਰ ਬ੍ਰਾਹਮਣ ਬੈਠੇ ਸੀ ਜਿਹੜੇ ਸੱਦੇ ਹੋਏ ਹੈ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਐਸੇ ਬਚਨ ਸੁਣ ਕੇ ਮਹਾਨ ਗਿਆਨਮਈ ਭਏ ਮਸਟ ਕੁਛ ਆਵ ਨਾ ਜਾਸੇ। ਸਾਰੇ ਚੁੱਪੀ ਕਰ ਗਏ ਐ ਤੇ ਕਿਸੇ ਨੂੰ ਮੂੰਹੋਂ ਗੱਲ ਨਹੀਂ ਆਉਂਦੀ, ਕੋਈ ਨਹੀਂ ਬੋਲ ਕੇ ਜਵਾਬ ਦਿੰਦਾ। ਸਨਮੁਖ ਉਤਰ ਦੇਤ ਨਾ ਕੋ। ਉਹ ਸਾਰੇ ਚੁੱਪ ਹੋ ਗਏ, ਕਿਸੇ ਨੂੰ ਜਵਾਬ ਨਹੀਂ ਆਉਂਦਾ ਹੈ ਤੇ ਸਾਹਮਣੇ ਉੱਤਰ ਨਹੀਂ ਕੋਈ ਦਿੰਦਾ ਵੀ ਆ ਮੋੜਵਾ ਜਵਾਬ ਹੀ ਦੇ ਦਈਏ। ਕਿੱਥੇ ਵੱਡੇ ਵੱਡੇ ਬ੍ਰਾਹਮਣ ਬੈਠੇ, ਵੇਦ ਪਾਠੀ, ਵੇਦਾਂ ਦੀ ਕਥਾ ਕਰਨ ਵਾਲੇ, ਕਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ 10 ਸਾਲ ਦੀ ਉਮਰ ਦੇ, ਤੇ ਜਿਨ੍ਹਾਂ ਨੇ ਅਜੇ ਕੋਈ ਵੇਦ, ਕੋਈ ਸੰਸਕ੍ਰਿਤ ਦਾ ਕੋਈ ਅੱਖਰ ਮਾਰ ਨਹੀਂ ਵੇਖਿਆ। ਭਾਵ ਗੁਰੂ ਜੀ ਕੋਈ ਨਹੀਂ ਪੜ੍ਹੇ ਕਿਸੇ ਕੋ ਜਾ ਕੇ, ਅੰਦਰ ਤੇ ਗੁਰੂ ਜੀ ਦੀ ਵਿਦਿਆ ਸਾਰੀ ਹੈ ਹੀ। ਪਰ ਹੁਣ ਇਹਨਾਂ ਬ੍ਰਾਹਮਣਾਂ ਨੂੰ ਤੇ ਨਹੀਂ ਪਤਾ ਨਾ ਕਿ ਗੁਰੂ ਵੀ ਇਹ ਤੇ ਅਵਤਾਰ ਹੈ ਜਾਂ ਪਰਮੇਸ਼ਰ ਹੈ। ਗੁਰੂ ਜੀ ਦੇ ਇਹੋ ਜਿਹੇ ਬਚਨ ਗਿਆਨਮਈ ਸੁਣ ਕੇ ਤਿਆਗ ਅਵਸਥਾ ਦੇ ਕਿਸੇ ਨੂੰ ਉੱਤਰ ਨਹੀਂ ਆਇਆ ਕਿ ਉੱਤਰ ਹੀ ਦੇ ਦਈਏ ਅੱਗੋਂ। ਕਹਿਤ ਸਤ ਸਮਝਤ ਚਿਤ ਸੋ। ਸਾਹਮਣੇ ਕੋਈ ਉੱਤਰ ਨਹੀਂ ਦਿੰਦਾ ਹੈ, ਚਿੱਤ ਵਿੱਚ ਸਾਰੇ ਸਮਝਦੇ ਆ ਵੀ ਜੋ ਇਹ ਗੁਰੂ ਨਾਨਕ ਸਾਹਿਬ ਬਾਲਕ ਕਹਿ ਰਿਹਾ ਹੈ ਇਹ ਤੇ ਬਿਲਕੁਲ ਹੀ ਸੱਚੀ ਬਚਨ ਕਹਿ ਰਿਹਾ ਹੈ। ਤਦਪ ਸੁਣਨਾ ਕੀ ਬਚ ਅਬਲਾਖਾ। ਫੇਰ ਵੀ ਸਾਰਿਆਂ ਦੇ ਸੁਣਨ ਦੇ ਬਚਨ, ਗੁਰੂ ਮਹਾਰਾਜ ਦੇ ਬਚਨ ਵੀ ਸੁਣੀਏ, ਹੋਰ ਸਭ ਦੇ ਹਿਰਦੇ ਵਿੱਚ ਇੱਛਾ ਹੈ। ਪ੍ਰੋਹਤ ਹਰਦਿਆਲ ਇਮ ਭਾਖਾ। ਪੰਡਤ ਹਰਦਿਆਲ ਦੇ ਸਮੇਤ ਸਾਰੇ ਬ੍ਰਾਹਮਣਾਂ ਦੇ ਹਿਰਦੇ ਵਿੱਚ ਗੁਰੂ ਜੀ ਦੇ ਬਚਨ ਸੁਣਨ ਦੀ ਇੱਛਾ ਹੈ। ਪੰਡਤ ਹਰਦਿਆਲ ਜੀ ਨੇ ਗੁਰੂ ਜੀ ਦੇ ਬਚਨ ਸੁਣ ਕੇ ਫਿਰ ਇਵੇਂ ਕਿਹਾ, ਕੌਣ ਜੰਨੂ ਤੇ ਜਾਏ ਨਾ ਨਰਕਾ। ਮਹਾਰਾਜ ਜੇ ਇਹ ਜੰਨੂ ਨਾਲ ਜਨੇਊ ਨਾਲ ਕੁਝ ਨਹੀਂ ਹੋ ਸਕਦਾ, ਅੱਗੇ ਮਾਰ ਹੀ ਪੈਂਦੀ ਹੈ। ਅਸੀਂ ਤੁਹਾਨੂੰ ਦਾ ਪੁੱਛਦੇ ਹਾਂ ਵੀ ਕਿਹੜਾ ਜੰਨੂ ਕਿਹੜਾ ਜਨੇਊ ਇਹ ਮਨੁੱਖ ਪਾਉਣਾ ਕਰੇ, ਕਿਹੜਾ ਜਨੇਊ ਤੁਹਾਨੂੰ ਪਾਈਏ, ਕਿਹੜਾ ਜਨੇਊ ਅਸੀਂ ਪਾਈਏ ਜਿਸ ਕਰਕੇ ਇਹ ਜੀਵ ਮਨੁੱਖ ਨਰਕਾਂ ਵਿੱਚ ਨਾ ਜਾਏ। ਜਾਂਤੇ ਜਮ ਨਹਿ ਕਰਹਿ ਕੋ ਤਰਕਾ। ਜਾਂ ਜਿਸ ਵਾਸਤੇ ਉਹ ਜਮ ਜਿਹੜਾ ਕੋ ਤਰਕ ਨਾ ਕਰੇ, ਇਹ ਜਨੇਊ ਦੇ ਉੱਤੇ ਤਰਕ ਨਾ ਕਰੇ ਤੇ ਮਾਰ ਨਾ ਕਰੇ, ਸਜ਼ਾ ਨਾ ਦੇਵੇ। ਸੋ ਨਿਜ ਰਸਨਾ ਦੇਹੋ ਸੁਨਾਈ। ਮੋਰ ਮਹਾਰਾਜ ਜੀ ਉਹ ਆਪਣੀ ਪਵਿੱਤਰ ਸੁੰਦਰ ਰਸਨਾ ਤੋਂ ਸੁੰਦਰ ਬਚਨ ਸੁਣਾ ਦਿਓ ਜੀ। ਸੁਨਨ ਚਾਹਾ ਸਭ ਉਰ ਹਰ ਖਾਈ। ਮਹਾਰਾਜ ਵੇਖੋ ਆ ਸਾਰੇ ਬੈਠੇ ਹੋਏ ਆ ਬ੍ਰਾਹਮਣ, ਵਿਦਵਾਨ, ਛਤਰੀ, ਕਿੰਨੇ ਤੁਹਾਡੇ ਵੰਸ਼ ਦੇ, ਤੁਹਾਡੇ ਮਾਤਾ ਪਿਤਾ, ਸਾਰਿਆਂ ਦੇ ਹਿਰਦੇ ਵਿੱਚ ਆ ਖੁਸ਼ੀ ਹੈ, ਤੁਹਾਡੇ ਪਾਸੋਂ ਹੀ ਬਚਨ ਸੁਣਨ ਦੀ ਚਾਹਨਾ ਹੈ। ਕਮਲ ਬਦਨਾ ਪੁਨ ਬਚਨ ਬਖਾਨੇ। ਕਮਲ ਸ਼ਰੀਖੇ ਜਿਨ੍ਹਾਂ ਦਾ ਗੁਰੂ ਜੀ ਦਾ ਮੁਖ ਕਮਲ ਵਰਗਾ ਹੈ, ਬੜਾ ਸੁੰਦਰ ਲਾਲ ਸੁਰਖ, ਮਹਾਰਾਜ ਜੀ ਨੇ ਪੁਨਾ ਬਚਨ ਕਹੇ ਆਪਣੇ ਮੁਖ ਤੋਂ। ਜਿਸ ਜੰਨੂ ਤੇ ਜਨ ਸਨਮਾਨੇ। ਮਹਾਰਾਜ ਕਹਿੰਦੇ ਪ੍ਰੋਹਤ ਹਰਦਿਆਲ ਜੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਜਿਸ ਜਨੇਊ ਨੂੰ ਪਾਉਣ ਤੇ ਦੋਵਾਂ ਲੋਕਾਂ ਵਿੱਚ ਹੀ ਸਨਮਾਨ ਹੁੰਦਾ ਹੈ। ਇੱਥੇ ਵੀ ਸਨਮਾਨ ਹੁੰਦਾ ਹੈ, ਉਸ ਪਰਲੋਕ ਵਿੱਚ ਵੀ ਸਨਮਾਨ ਹੁੰਦਾ। ਆਓ ਭਗਤ ਇੱਜ਼ਤ ਹੁੰਦੀ ਹੈ। ਉਹ ਅਸੀਂ ਤੁਹਾਨੂੰ ਬਚਨ ਸੁਣਾਉਂਦੇ ਕਿ ਆਹ ਜਿਹੜਾ ਜਨੇਊ ਆ ਇਹ ਪੰਡਿਤ ਹਰਦਿਆਲ ਜੀ ਪਾਓ ਸਾਰੇ। ਸ਼੍ਰੀ ਮੁਖਵਾਕ ਸ਼ਲੋਕ ਮਹੱਲਾ ਪਹਿਲਾ। ਇਵੇਂ ਸੋਭਾ ਵਾਲੇ ਮੁਖ ਤੋਂ ਗੁਰੂ ਜੀ ਦੇ ਕਹੇ ਹੋਏ ਬਚਨ। ਸ਼੍ਰੀ ਮੁਖਵਾਕ ਸ਼ਲੋਕ ਮਹੱਲਾ ਪਹਿਲਾ। ਸ੍ਰੀ ਆਸਾ ਜੀ ਦੀ ਵਾਰ ਦਾ ਜਿਹੜਾ ਪਾਠ ਜਿਹੜੇ ਕਰਦੇ ਹੈ ਗਿਆਨੀ ਪੁਰਸ਼ ਕਮਾਈ ਵਾਲੇ, ਜਾਂ ਗੁਰੂ ਘਰ ਵਿੱਚ ਆਸਾ ਦੀ ਵਾਰ ਦਾ ਪਾਠ ਹੁੰਦਾ, ਤੇ ਇਹ ਜਿਹੜਾ ਸ਼ਬਦ ਹੈ 15ਵਾਂ ਸ਼ਬਦ ਹੈ ਸ੍ਰੀ ਆਸਾ ਜੀ ਦੀ ਵਾਰ ਵਿੱਚ। ਉਸ ਸ਼ਬਦ ਵਿੱਚ ਗੁਰੂ ਜੀ ਸਿੱਖਿਆ ਦੇ ਰਿਹਾ ਪੰਡਿਤ ਹਰਦਿਆਲ ਦੇ ਤਾਈਂ ਸਾਨੂੰ ਵੀ। ਮਹਾਰਾਜ ਕਹਿੰਦੇ ਆ ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਦੇ ਵਿੱਚ ਮਹੱਲਾ ਪਹਿਲਾ ਸਰੂਪ ਗੁਰੂ ਨਾਨਕ ਸਾਹਿਬ ਜੀ ਪਹਿਲੀ ਪਾਤਸ਼ਾਹੀ ਕਥਨ ਕਰਦੇ ਬਚਨ।
ਦਇਆ ਕਪਹਾ ਸੰਤੋਖ ਸੂਤ। ਮਹਾਰਾਜ ਕਹਿੰਦੇ ਹੈ ਕਿ ਜਿਵੇਂ ਕਪਾਹ ਹੁੰਦੀ ਹੈ, ਕਪਾਹ ਦਾ ਮੜ ਕੇ ਬਾਅਦ ਵਿੱਚ ਹੱਥਾਂ ਨਾਲ ਰੂੰ ਕੱਢ ਕੇ ਫਿਰ ਉਹਨੂੰ ਲਾਟੂ ਉਹਦੇ ਉੱਪਰ ਫੇਰ ਕੇ ਤੇ ਜਿਹੜਾ ਸੂਤ ਘੱਤਿਆ ਜਾਂਦਾ ਹੈ, ਸੂਤ ਘੱਤ ਕੇ ਫਿਰ ਉਹਨੂੰ ਸਾਧ ਸੰਗਤ ਜੀ ਇਵੇਂ ਗੰਢ ਦਿੱਤੀ ਜਾਂਦੀ ਹੈ, ਵੱਟ ਦਿੱਤੇ ਜਾਂਦੇ ਹੈ। ਜਿਵੇਂ ਉਹ ਸੂਤ ਹੈ ਉਹਦਾ ਪ੍ਰਮਾਣ ਦੇ ਰਹੇ ਵੀ ਜਿਵੇਂ ਜਨੇਊ ਤਿਆਰ ਹੁੰਦਾ, ਧਾਗਾ ਜਿਹੜਾ ਗਲ ਵਿੱਚ ਪਾਇਆ ਜਾਂਦਾ। ਮਹਾਰਾਜ ਕਹਿੰਦੇ ਪੰਡਿਤ ਹਰਦਿਆਲ ਪੁਰੋਹਿਤ ਜੀ ਜਿਹੜੀ ਆ ਦਇਆ ਕਰਨੀ ਹੈ ਜੀਵਾਂ 'ਤੇ, ਗਰੀਬਾਂ 'ਤੇ, ਪਸ਼ੂ ਪੰਛੀਆਂ 'ਤੇ, ਇਹ ਦਇਆ ਕਰਨੀ ਹੈ। ਇਸ ਦਇਆ ਨੂੰ ਹੀ ਕਪਾਹ ਕਰ, ਦੂਸਰੀ ਕਪਾਹ ਦੀ ਜ਼ਰੂਰਤ ਨਹੀਂ ਹੈ। ਦਇਆ ਦੀ ਕਪਾਹ ਕਰ, ਜਿਹੜਾ ਸੰਤੋਖ ਰੱਖਣਾ ਹੈ। ਜਥਾ ਲਾਭ ਤਥਾ ਸੰਤੁਸ਼ਟ, ਜਿਸ ਤਰ੍ਹਾਂ ਪਰਮੇਸ਼ਰ ਨੇ ਦੇ ਦਿੱਤਾ ਉਸ ਦੇ ਵਿੱਚ ਹੀ ਛਕ ਛਕਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ, ਸੰਤੋਖੀ ਰਹਿਣਾ। ਇਸ ਸੰਤੋਖ ਨੂੰ ਸੂਤ ਕਰ, ਕਤਨਾ ਕਰ। ਜਤ ਗੰਢੀ ਸਤ ਵਟ, ਜਿਵੇਂ ਉਹ ਸੂਤ ਨੂੰ ਗੰਢ ਦਿੱਤੀ ਜਾਂਦੀ ਹੈ, ਇੱਧਰ ਕਿਹੜੀ ਗੰਢ ਦੇਣੀ ਹੈ? ਜਿਹੜਾ ਜਤ ਰੱਖਣਾ, ਬ੍ਰਹਮਚਾਰੀ ਰਹਿਣਾ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਪਰ ਇਸਤਰੀ ਦਾ ਰੂਪ ਨਹੀਂ ਦੇਖਣਾ, ਪਰ ਇਸਤਰੀ ਗਮਨ ਨਹੀਂ ਕਰਨਾ ਹੈ ਤੇ ਜਤ ਰੱਖਣਾ ਹੈ, ਬ੍ਰਹਮਚਾਰੀ ਰਹਿਣਾ। ਇਹ ਤੇ ਗੰਢ ਦੇ ਇਸ ਦਇਆ ਕਪਾਹ, ਇਸ ਜਨੇਊ ਨੂੰ ਤੇ ਸੱਤ ਵੱਟ, ਜਿਹੜਾ ਸੱਤ ਪਰਤੱਗੀ ਰਹਿਣਾ, ਸੱਚ ਬੋਲਣਾ ਹੈ, ਇਸ ਜਨੇਊ ਨੂੰ ਵੱਟ ਦੇ। ਇਹੋ ਜਨੇਊ ਜੀ ਕਾ। ਪੰਡਿਤ ਹਰਦਿਆਲ ਜੀ ਇਹ ਜਿਹੜਾ ਅੰਦਰਲਾ ਜੀ ਹੈ, ਆਤਮਾ ਹੈ, ਉਸ ਜੀਵ ਆਤਮਾ ਦਾ ਇਹੋ ਜਿਹੜਾ ਜਨੇਊ ਹੈ। ਹਈ ਤਾ ਪਾਡੇ ਕਤ। ਪੰਡਿਤ ਹਰਦਿਆਲ ਜੀ ਜੇ ਇਹੋ ਜਿਹਾ ਜਨੇਊ ਤੁਹਾਡੇ ਪਾਸ ਹੈ ਕਿ ਜਿਹੜੀ ਦਇਆ ਕਰਨੀ ਇਹ ਕਪਾਹ ਹੈ, ਜਿਹੜਾ ਸੰਤੋਖ ਰੱਖਣਾ ਇਹ ਸੂਤ, ਜਿਹੜਾ ਜਤ ਰੱਖਣਾ ਇਹ ਗੰਢ ਦੇਣੀ ਉਸ ਜਨੇਊ ਨੂੰ, ਤੇ ਜਿਹੜਾ ਸੱਤ ਰੱਖਣਾ ਇਹ ਵੱਟ ਦੇਣਾ ਉਸ ਜਨੇਊ ਨੂੰ। ਜੇ ਇਹੋ ਜਿਹਾ ਜਨੇਊ ਹੈ ਤਾਂ ਉਸ ਨੂੰ ਪੰਡਿਤ ਹਰਦਿਆਲ ਜੀ ਕੱਤੋ, ਉਸ ਨੂੰ ਬਣਾਓ। ਇਹੋ ਜਿਹਾ ਹੈ ਤਾਂ ਸਾਨੂੰ ਘੱਤ ਕਹੀਏ, ਪਾਂਡੇ ਹਰਦਿਆਲ ਪਾ ਦਈਏ, ਪਾ ਦੋ। ਨਾ ਇਹੋ ਟੁੱਟੈ ਨਾ ਮਲ ਲੱਗਾ। ਉਹ ਜਿਹੜਾ ਜਨੇਊ ਪਾਇਆ ਹੋਇਆ ਕੁਝ ਦਿਨਾਂ ਨੂੰ ਧਾਗਾ ਹੈ ਤੇ ਉਹ ਤੇ ਕੀ ਹੈ, ਟੁੱਟ ਜਾਊਗਾ, ਟੁੱਟਣਾ ਵੀ ਹੈ, ਉਹਨੂੰ ਮੈਲ ਵੀ ਲੱਗਣੀ ਹੈ ਕਿਉਂਕਿ ਉਹ ਧਾਗਾ ਹੈ, ਉਹਨੂੰ ਤੇ ਮੈਲ ਲੱਗਣੀ ਹੈ। ਇਹ ਜਿਹੜਾ ਅੰਦਰਲਾ ਜਨੇਊ ਹੈ ਪੰਡਿਤ ਹਰਦਿਆਲ ਜੀ, ਨਾ ਇਹ ਟੁੱਟਦਾ ਹੈ ਤੇ ਨਾ ਇਸ ਨੂੰ ਆ ਵਿਕਾਰਾਂ ਦੀ ਮੈਲ ਹੀ ਲੱਗਦੀ ਹੈ। ਨਾ ਇਹੋ ਜਲੈ ਨਾ ਜਾਏ। ਉਹ ਜਿਹੜਾ ਜਨੇਊ ਹੈ ਉਹ ਤੇ ਜਲ ਜਾਂਦਾ ਹੈ। ਜਿਸ ਦਿਨ ਸਰੀਰ ਸਾੜਿਆ ਜਾਂਦਾ ਹੈ ਤੇ ਉਹ ਜਨੇਊ ਵਿੱਚੇ ਸੜ ਜਾਂਦਾ, ਸਵਾਹ ਹੋ ਜਾਂਦਾ ਹੈ। ਪਰ ਜਿਹੜਾ ਇਹ ਅੰਦਰ ਦਾ ਜਨੇਊ ਹੈ ਨਾ ਇਹ ਜਲਦਾ ਹੈ, ਨਾ ਕਿਤੇ ਇਹ ਜਾਂਦਾ ਹੀ ਹੈ। ਧਨ ਸੋ ਮਾਨਸ ਨਾਨਕਾ। ਇਹ ਜਲਦਾ ਨਹੀਂ ਹੈ। ਮਹਾਰਾਜ ਕਹਿੰਦੇ हे ਪੰਡਿਤ ਹਰਦਿਆਲ ਜੀ, ਧੰਨ ਹੈ ਉਹ ਮਨੁੱਖ, ਧੰਨ ਹੈ ਉਹ ਐਸੇ ਮਹਾਨ ਬ੍ਰਾਹਮਣ ਛਤਰੀ ਜੋ ਗੱਲ ਚੱਲੇ ਪਾਏ। ਜੋ ਇਹ ਸ਼ੁਭ ਗੁਣਾ ਰੂਪੀ ਜਨੇਊ ਨੂੰ ਹਿਰਦੇ ਰੂਪੀ ਕੰਠ ਵਿੱਚ ਪਾ ਕੇ ਉਹ ਪਰਲੋਕ ਨੂੰ ਚੱਲੇ ਹੈ। ਧੰਨ ਹੈ ਉਹ, ਧੰਨ ਹੈ ਉਹ ਬ੍ਰਾਹਮਣ, ਉਹ ਛਤਰੀ। ਚੌਪਈ ਸਵਾਛ ਸਥਿਰ ਇਹੋ ਲਖੋ ਜਨੇਊ। ਮਹਾਰਾਜ ਕਹਿਣ ਲੱਗੇ ਪੰਡਿਤ ਹਰਦਿਆਲ ਜੀ, ਇਸ ਜਨੇਊ ਨੂੰ ਤੂੰ ਉੱਜੜ ਸਦਾ ਰਹਿਣ ਵਾਲਾ ਜਾਣ ਲੈ। ਗਰ ਮਹਿ ਪਹਿਰੇ ਵਿਰਲੇ ਕੇਊ। ਇਹੋ ਜਿਹਾ ਜਨੇਊ ਗਲ ਵਿੱਚ ਵਿਰਲੇ ਗਿਆਨੀ ਪੁਰਸ਼ੀ ਪਾਉਂਦੇ ਐ। ਜਿਹੇ ਨਰ ਗਰ ਮਹਿ ਧਾਰਨ ਕੀਨਾ। ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਜਿਸ ਪੁਰਸ਼ ਨੇ ਐਸਾ ਸ਼ੁਭ ਗੁਣਾ ਦਾ ਜਨੇਊ ਹਿਰਦੇ ਰੂਪੀ ਕੰਠ ਦੇ ਵਿੱਚ ਪਾਇਆ ਹੋਇਆ ਹੈ। ਧੰਨ ਸੇ ਨਰ ਕੀਨੇ ਦੁਖ ਸ਼ੀਨਾ। ਜਿਨ੍ਹਾਂ ਨੇ ਇਹੋ ਜਿਹਾ ਗਲ ਵਿੱਚ ਜਨੇਊ ਪਾਇਆ ਹਿਰਦੇ ਰੂਪੀ ਕੰਠ ਵਿੱਚ, ਧੰਨ ਹੈ ਉਹ ਪੁਰਸ਼ ਹੈ ਜਿਨ੍ਹਾਂ ਨੇ ਆਪਣੇ ਆ ਦੁੱਖ ਸਾਰੇ ਲੋਕ ਪਰਲੋਕ ਦੇ ਨਾਸ ਕਰ ਲਏ ਐ। ਲੋਕ ਬਹੁਰ ਪਰਲੋਕ ਅਸ਼ੋਕੂ। ਉਹਨਾਂ ਦਾ ਲੋਕ ਪਰਲੋਕ ਵਿੱਚ ਗਮ ਦੂਰ ਹੋ ਜਾਂਦੇ, ਆਨੰਦ ਹੀ ਰਹਿੰਦੇ ਐ ਸਦਾ।
ਸਨਮਾਨ ਹੈ ਸਭ ਅੰਤਕ ਓਕੂ। ਸਨਮਾਨ ਹੈ ਸਭ ਅੰਤਕ ਓਕੂ। ਅੰਤਕ, ਅੰਤ ਨੂੰ ਕਰਨ ਵਾਲਾ ਜਿਹੜਾ ਜਮ ਹੈ, ਮੌਤ ਹੈ, ਉਸ ਜਮ ਦੇ ਓਕੂ ਕਹੀਏ ਘਰ ਦੇ ਵਿੱਚ ਉਹ ਸਭ ਤਰ੍ਹਾਂ ਨਾਲ ਸਨਮਾਨ ਪਾਉਂਦੇ ਹੈ। ਰੇ ਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸੁਭਦੇਵ। ਉਹਨਾਂ ਦਾ ਮਾਣ ਸਤਿਕਾਰ ਕਰਦਾ ਧਰਮ ਰਾਜਾ। ਅਸ ਬਿਦ ਕੋ ਜੇ ਹੈ ਤੁਮ ਪਸੂ। ਮਹਾਰਾਜ ਕਹਿੰਦੇ ਆ, ਪਾਸੂ ਪਾਠ ਇੱਥੇ ਛਾਪੇ 'ਚ ਗਲਤੀ ਹੈ। ਮਹਾਰਾਜ ਕਹਿੰਦੇ ਇਸ ਵਿਧੀ ਦਾ ਜੇ ਪੰਡਿਤ ਹਰਦਿਆਲ ਜੀ ਤੁਹਾਡੇ ਪਾਸ ਜਨੇਊ ਹੈ। ਗਰ ਮੁਝ ਪਾਵਹੁ ਦੁਕ੍ਰਿਤ ਨਾਸ਼ੂ। ਮੇਰੇ ਕੰਠ ਵਿੱਚ ਪਾ ਦਿਓ, ਜਿਸ ਕਰਕੇ ਆ ਖੋਟੀਆਂ ਕਿਰਤਾਂ ਸਾਰੇ ਪਾਪ ਹੀ ਨਾਸ ਹੋ ਜਾਣ। ਕਰਤ ਸੂਤ ਕੋ ਗ੍ਰਥਨ ਪਾਈ। ਕਰਤ ਸੂਤ ਕੋ ਗ੍ਰੰਥਨ ਪਾਈ। ਇਹ ਜਿਹੜਾ ਕਪਾਹ ਨੂੰ ਕੱਢ ਕੇ ਹੱਥਾਂ ਨਾਲ ਫਿਰ ਸੂਤ ਦੇ ਨਾਲ ਉਹਨੂੰ ਘੱਤ ਕੇ ਤੇ ਉਹਨੂੰ ਗੰਢਾ ਮਾਰ ਕੇ ਤੇ ਐਵੇਂ ਬਣਾ ਲੈਣਾ, ਜਿਹੜਾ ਜਨੇਊ ਕਿਸ ਕੰਮ ਹੈ। ਇਹੋ ਜਿਹਾ ਸੂਤ ਨਾਲ ਕਰਕੇ ਫਿਰ ਉਹਨੂੰ ਗੰਢਾ ਮਾਰ ਦੇਣੀਆਂ, ਵੱਟ ਚੜਾ ਕੇ ਤੇ ਗਲ ਵਿੱਚ ਪਾ ਦੇਣਾ। ਇਹੋ ਜਿਹਾ ਜਨੇਊ ਜਿਹੜਾ ਹੈ ਜਲ ਜਾਵਹਿ ਇਹ ਸੰਗ ਨਾ ਜਾਈ। ਪੰਡਿਤ ਹਰਦਿਆਲ ਜੀ ਇਹ ਸੜ ਜਾਂਦਾ ਹੈ, ਮੱਚ ਜਾਂਦਾ ਹੈ ਬੰਦੇ ਦੇ ਨਾਲ ਹੀ, ਤੇ ਇਹ ਨਾਲ ਵੀ ਨਹੀਂ ਜਾਂਦਾ। ਜਾਨਹੁ ਕੱਚਾ ਕਾਜ ਸੰਸਾਰ। ਇਸ ਕਰਕੇ ਸੰਸਾਰ ਦਾ ਕੀਤਾ ਹੋਇਆ ਹਰ ਕੰਮ ਕਾਜ ਪੰਡਿਤ ਹਰਦਿਆਲ ਜੀ ਕੱਚਾ ਜਾਣ ਲਿਓ। ਜਨੇਊ ਵੀ ਬਣਾਇਆ ਹੋਇਆ ਕੱਚਾ ਹੀ ਜਾਣ ਲੈ। ਲੋਕ ਦਿਖਾਵਾ ਕਰਤ ਗਵਾਰ। ਇਹ ਤੇ ਬੇਸਮਝ ਮੂਰਖ ਗਵਾਰ ਲੋਕ ਦਿਖਾਵਾ ਕਰਦੇ, ਮੈਂ ਜਨੇਊ ਪਾਇਆ ਹੋਇਆ ਹੈ, ਮੈਂ ਤੇ ਬ੍ਰਾਹਮਣ ਹੁੰਨਾ ਹਾਂ, ਮੈਂ ਛਤਰੀ ਹੁੰਨਾ ਹਾਂ। ਇਹ ਮੂਰਖ ਲੋਕ ਤੇ ਦਿਖਾਵਾ ਕਰਦੇ, ਦਿਖਾਵੇ ਦੇ ਵਿੱਚ ਲੋਕਾਂ ਨੂੰ ਵਸਾਉਂਦੇ ਐ। ਸੁਨ ਕਰ ਬਚ ਹਰਦਿਆਲ ਰਸਾਲਾ। ਸਤਿਗੁਰ ਜੀ ਦੇ ਸੁੰਦਰ ਬਚਨ ਸੁਣ ਕੇ ਪੰਡਿਤ ਹਰਦਿਆਲ ਜੀ ਫੁੱਲ ਕਾਬਲ ਤਨ ਹਰਖ ਵਿਸਾਲਾ। ਉਹ ਬੜਾ ਖੁਸ਼ ਹੋਇਆ ਹੈ, ਸਰੀਰ ਦੇ ਉੱਪਰ ਪੁਲਕਾਵਲੀ ਹੋ ਗਈ, ਲੂੰ ਕੰਡੇ ਹੋ ਗਏ, ਰੋਮ ਰੋਮ ਖੜਾ ਹੋ ਗਿਆ ਬਚਨ ਸੁਣ ਕੇ। ਮੈਂ ਪੂਰਬ ਜੋ ਗਿਰਾ ਉਬਾਚੀ। ਇਹ ਵਿਚਾਰਦਾ ਹੈ ਹੁਣ ਗੁਰੂ ਦੇ ਹਜੇ ਬਚਨ ਸੁਣ ਕੇ, ਕਹਿੰਦਾ ਜਿਹੜੀ ਮੈਂ ਪਹਿਲਾਂ ਹੀ ਆ ਬਾਣੀ ਕਹੀ ਹੋਈ ਸੀ, ਵਿਚਾਰੀ ਹੋਈ ਸੀ, ਬਿਨ ਸੰਸਾ ਸੋ ਵੀ ਸਭ ਸਾਚੀ। ਕਹਿੰਦਾ ਬਿਨਾ ਸੰਸੇ ਤੋਂ ਸੱਚੀ ਹੋ ਗਈ। ਮੈਂ ਕਹਿੰਦਾ ਸਾਂ ਇਹ ਕੋਈ ਨਾ ਕੋਈ ਅਵਤਾਰ ਹੈ, ਅੱਜ ਮਨਾ ਤੂੰ ਤੇ ਜਾਣ ਹੀ ਲਿਆ। ਸੱਚਮੁੱਚ ਹੀ ਉਹ ਬਚਨ ਪੂਰੇ ਹੋ ਰਹੇ ਬਿਨਾ ਸੰਸੇ ਤੋਂ। ਲਖ ਹੈ ਵਿਰਲੇ ਬਹੁ ਅਨਜਾਨਾ। ਕਹਿੰਦਾ ਵੀ ਇਹਨਾਂ ਨੂੰ ਮੈਂ ਉਦੋਂ ਹੀ ਕਿਹਾ ਸੀ, ਵਿਰਲੇ ਜਿਹੜੇ ਆ ਜਾਣਨਗੇ, ਬਹੁਤੇ ਅਣਜਾਣ ਰਹਿਣਗੇ। ਸਕੇ ਸੰਬੰਧੀ, ਮਾਂ ਪਿਓ ਭਾਈ ਬੰਦ ਰਿਸ਼ਤੇਦਾਰ ਸਾਰੇ ਹੋਰ ਲੋਕ ਵੀ ਭੋਲੇ ਲੋਕ ਅਣਜਾਣ ਰਹਿਣਗੇ, ਵਿਰਲੇ ਹੀ ਜਿਹੜੇ ਜਾਣਨਗੇ ਗਿਆਨੀ ਪੁਰਸ਼। ਜਿਹੇ ਬਚ ਸੁਨ ਮਮ ਮਨ ਠਹਿਰਾਨਾ। ਅੱਜ ਇਹਨਾਂ ਦੇ ਬਚਨ ਸੁਣ ਕੇ ਮੇਰਾ ਤੇ ਮਨ ਨਿਸ਼ਚੇ ਵਾਲਾ ਹੋ ਗਿਆ, ਐ ਟਿਕ ਗਿਆ, ਇੱਕ ਚਿੱਤ ਹੋ ਗਿਆ ਹੈ। ਹੋ ਸੋ ਕ੍ਰਿਤਾਰਥ ਬੰਸ ਸਮੇਤਾ। ਮਨ 'ਚ ਕਹਿੰਦਾ ਹੈ ਪੰਡਿਤ ਹਰਦਿਆਲ ਅੱਜ ਤੇ ਤੂੰ ਇਹਨਾਂ ਦੇ ਬਚਨ ਸੁਣ ਕੇ ਤੇ ਤੂੰ ਤੇ ਆਪਣੀ ਅੰਸ ਬੰਸ ਸਮੇਤ ਹੀ ਆ ਕਿਰਤਾਰਥ ਨਿਹਾਲ ਸਫਲ ਹੋ ਗਿਆ ਹੈ। ਪਾ ਯਜਮਾਨ ਬ੍ਰਹਮੰਡ ਨਕੇਤਾ। ਕਹਿੰਦਾ ਮੇਰੇ ਤੇ ਉਹ ਯਜਮਾਨ ਹੋ ਗਏ ਆ ਜਿਹੜੇ ਸਾਰੇ ਬ੍ਰਹਮੰਡ ਦਾ ਹੀ ਜਿਹੜੇ ਮਾਲਕ ਹੈ, ਜਿਹੜੇ ਬ੍ਰਹਮੰਡ ਦੇ ਯਜਮਾਨ ਹੈ, ਜਿਨ੍ਹਾਂ ਦਾ ਬ੍ਰਹਮੰਡ ਹੀ ਘਰ ਹੈ, ਅੱਜ ਮੇਰੇ ਉਹ ਯਜਮਾਨ ਹੋ ਗਏ ਐ। ਅਨੰਦ ਮਗਨ ਮੁਖ ਬੋਲਨ ਆਵਾ। ਇੰਨਾ ਮਨ ਵਿੱਚ ਆਨੰਦ ਮਸਤ ਹੋ ਗਿਆ ਹੈ, ਮੁਖੋਂ ਬਚਨ ਨਹੀਂ ਕਹਿ ਰਿਹਾ, ਬੋਲਿਆ ਨਹੀਂ ਜਾ ਰਿਹਾ। ਹੁਣ ਸੁਣ ਬਚਨ ਮਨ ਰੁਚ ਉਪਜਾਵਾ। ਸੁਣ ਸੁਣ ਕੇ ਗੁਰੂ ਜੀ ਦੇ ਬਚਨ ਮਨ 'ਚ ਹੋਰ ਰੁਚੀ ਪੈਦਾ ਹੋ ਰਹੀ ਵੀ ਹੋਰ ਬਚਨ ਸੁਣਾ ਇਹਨਾਂ ਦੇ। ਅਨੰਤ ਜੇ ਦਵਿਜ ਬੈਸ਼ੇ ਸ਼ੁਭ ਨੀਤੀ। ਹੋਰ ਵੀ ਸ਼ੁਭ ਨੀਤੀ ਵਾਲੇ, ਚੰਗੀਆਂ ਨੀਤਾਂ ਵਾਲੇ, ਗਿਆਨਵਾਨ ਜਿਹੜੇ ਬ੍ਰਾਹਮਣ ਹੋਰ ਬੈਠੇ ਸੀ। ਸੋ ਬੋਲੇ ਲਖ ਪਾਸ਼ਲ ਰੀਤੀ। ਉਹ ਪਿਛਲੀ ਰੀਤੀ ਨੂੰ ਜਾਣ ਕੇ ਉਹ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਐਵੇਂ ਬੋਲੇ ਐ ਵੀ ਪਿੱਛੋਂ ਸਾਰਾ ਕੰਮ ਚੱਲਦਾ ਆ ਰਿਹਾ ਹੈ। ਉਸ ਗੱਲ ਨੂੰ ਜਾਣ ਕੇ ਉਂਝ ਬੋਲਣਾ ਨਹੀਂ ਚਾਹੁੰਦੇ, ਪਰ ਜਿਵੇਂ ਹੁਣ ਪਿੱਛੇ ਰਿਵਾਜ ਚੱਲਦਾ ਆਵੇ ਤੇ ਸਿਆਣੇ ਵਿੱਚੋਂ ਬੋਲ ਪੈਂਦੇ ਵੀ ਪੁੱਤਰ ਵੇਖ
ਇਵੇਂ ਨਾ ਕਰ, ਤੂੰ ਇਹਦੇ ਪਹਿਲਾਂ ਹੀ ਚੱਲਦਾ ਆ ਰਿਹਾ ਹੈ। ਇਵੇਂ ਉਹ ਪਿੱਛੇ ਜਿਹੜੇ ਬੈਠੇ ਹੈ ਬ੍ਰਾਹਮਣ, ਉਹ ਪਿਛਲੀ ਰੀਤੀ ਦੱਸ ਕੇ ਤੇ ਉਹ ਬੋਲ ਰਹੇ ਆ, ਗੁਰੂ ਜੀ ਨੂੰ ਕਹਿਣ ਲੱਗੇ ਹੈ। ਅੱਗੋਂ ਗੁਰੂ ਜੀ ਹੋਰ ਜਿਵੇਂ ਉਪਦੇਸ਼ ਕਰਨਗੇ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਅਨੰਦ ਮਗਨ ਮੁਖ ਬੋਲ ਨ ਆਵਾ, ਸੁਨਨ ਬਚਨ ਮਨ ਰੁਚ ਉਪਜਾਵਾ। ਅਨੰਤ ਜੇ ਦਵਿਜ ਬੈਸੇ ਸ਼ੁਭ ਨੀਤੀ, ਸੋ ਬੋਲੇ ਲਖ ਪਾਸ਼ਲ ਰੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। हे संगी हे निरंकार, हे निर्गुण सब टेक, हे गोबिंद हे गुण निधान, जाकै सदा विवेक। हे अपरंपर हर हरे है भी होमनहार, हे संत कै सदा संग निदारा आधार। हे ठाकुर हो दासरो मैं निर्गुण गुण नहीं कोय, नानक दीजै नाम दान राखो हिय परोए। आए प्रभ शरणागति कृपा निध दयाल, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ